ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ, ਕੁਝ ਗੱਲਾਂ ਬਾਤਾਂ ਜਿਹੜੀਆਂ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਅੱਜ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ, ਇੱਕ ਸੁਰਖੀ ਅੱਜ ਇਹ ਚਰਚਾ ਦੇ ਵਿੱਚ ਆ ਕਿ NDP ਤੇ ਲਿਬਰਲ ਦੇ ਵਿਚਕਾਰ ਫੈਡਰਲ ਪੱਧਰ ਦੇ ਉੱਤੇ ਇੱਕ ਸਮਝੌਤਾ ਹੋ ਗਿਆ ਤੇ ਇਸ ਗੱਲਬਾਤ ਦੇ ਤਹਿਤ ਹੁਣ 2025 ਤੱਕ ਜਿਹੜੇ ਅਗਲੇ ਆਉਣ ਵਾਲੇ 4 ਬਜਟ ਨੇ ਉਹ NDP ਲਿਬਰਲ ਦੇ ਨਾਲ ਰਲ ਕੇ ਪਾਸ ਕਰ ਦੇਊਗੀ। ਮਾਈਨੋਰਿਟੀ ਗਵਰਨਮੈਂਟ ਲਿਬਰਲ ਦੀ ਆਪਾਂ ਜਾਣਦੇ ਹਾਂ ਕਿ ਵੋਟਾਂ ਪਈਆਂ ਸੀ, ਵੋਟਾਂ ਦੇ ਵਿੱਚ ਮੈਜੋਰਿਟੀ ਨਹੀਂ ਮਿਲੀ ਸੀ, ਵੋਟਾਂ ਤੋਂ ਪਹਿਲਾਂ ਕੋਈ ਸਮਝੌਤਾ ਨਹੀਂ ਸੀ। ਹੁਣ ਇਹ ਸਮਝੌਤਾ ਕਿਹੜਾ ਹੋਇਆ ਆ, ਇੱਕ ਅੱਜ ਇਹ ਗੱਲਬਾਤ ਬਹੁਤ ਚਰਚਾ ਦੇ ਵਿੱਚ ਰਹੀ ਆ। ਰੂਸ ਯੂਕਰੇਨ ਮਾਮਲਾ ਉਸੇ ਤਰ੍ਹਾਂ ਚੱਲ ਰਿਹਾ, 27ਵੇਂ ਦਿਨ ਵਿੱਚ ਇਹ ਗੱਲਬਾਤ ਚਲੇ ਗਈ ਆ ਹੁਣ, ਤੇ ਅਮਰੀਕਾ ਦੇ ਨਾਲ ਰੂਸ ਸਿੱਧਾ ਹੋ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਈਬਰ ਅਟੈਕ ਅਮਰੀਕਾ ਦੇ ਉੱਤੇ ਵੀ ਹੋ ਸਕਦੇ ਆ। ਤੇ ਅਮਰੀਕਾ ਇਹ ਵੀ ਕਹਿ ਰਿਹਾ ਕਿ ਸਾਡਾ ਨਾਂ ਲਾ ਕੇ ਕੈਮੀਕਲ ਤੇ ਬਾਇਓਲੋਜੀਕਲ ਵੈਪਨਸ ਯੂਜ਼ ਕਰ ਸਕਦਾ ਰੂਸ ਯੂਕਰੇਨ ਦੇ ਵਿੱਚ। ਪਿਛੇ ਜਿਹੇ ਜਿਹੜੇ ਵਿਦਿਆਰਥੀਆਂ ਦੀ ਮੌਤ ਹੋਈ ਸੀ ਇੱਕ ਸੜਕ ਹਾਦਸੇ ਦੇ ਵਿੱਚ ontario ਦੇ ਵਿੱਚ, ਉਹਦੇ ਬਾਰੇ ਕੁਝ ਖਾਸ ਗੱਲਾਂ ਬਾਤਾਂ ਉਹ ਵੀ ਸਾਹਮਣੇ ਆਈਆਂ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਅਲਬਰਟਾ ਦੇ ਵਿੱਚ ਇੱਕ MLA ਚਰਚਾ ਦੇ ਵਿੱਚ ਆ, ਕੀ ਕਾਰਨ ਆ ਉਹਦੀ ਗੱਲਬਾਤ ਵੀ ਤੁਹਾਡੇ ਨਾਲ ਕਰਾਂਗੇ। ਕੱਲ੍ਹ ਇੱਕ ਬਹੁਤ ਮੰਦਭਾਗੀ ਖਬਰ ਸਾਂਝੀ ਕੀਤੀ ਸੀ ਕਿ ਈਸਟਰਨ ਚਾਈਨਾ ਦਾ ਜਹਾਜ਼ ਡਿੱਗ ਪਿਆ ਸੀ, ਉਹਦੇ ਸੰਬੰਧੀ ਕੀ ਅਪਡੇਟ ਆ, ਕੀ ਉਹਦੇ ਸੰਬੰਧੀ ਜਿਹੜੀ ਸਰਚ ਕੀਤੀ ਜਾ ਰਹੀ ਉਹ ਵੀ ਗੱਲਬਾਤ ਕਰਾਂਗੇ। ਅੱਜ ਪਹਿਲੀ ਗੱਲਬਾਤ ਅਸੀਂ ਕਰਨੀ ਆ NDP ਤੇ ਲਿਬਰਲ ਦੇ ਸਮਝੌਤੇ ਸੰਬੰਧੀ। NDP ਤੇ ਲਿਬਰਲ ਦਾ ਆਪਸ ਦੇ ਵਿੱਚ ਸਮਝੌਤਾ ਹੋ ਗਿਆ। ਕੰਜ਼ਰਵੇਟਿਵ ਇਸ ਸਮਝੌਤੇ ਦੇ ਉੱਤੇ ਇਤਰਾਜ਼ ਪ੍ਰਗਟ ਕਰ ਰਹੇ ਆ ਕਿ ਸਾਨੂੰ ਪਰੇ ਰੱਖਣ ਦੇ ਲਈ ਇਹਨਾਂ ਨੇ ਅੰਦਰ ਖਤ ਗੱਲਬਾਤ ਕਰ ਲਈ ਹੈ ਪਹਿਲਾਂ, ਤੇ ਜਿਹੜੀਆਂ ਹੁਣ ਪਾਲਿਸੀਜ਼ NDP ਦੀਆਂ ਸੀਗੀਆਂ, NDP ਜੋ ਕੁਛ ਚਾਹੁੰਦੀ ਸੀ, ਜੇ ਲਿਬਰਲ ਉਹਨਾਂ ਨੂੰ ਲਾਗੂ ਇੰਨ-ਬਿੰਨ ਕਰ ਦਿੰਦੀ ਹੈ, ਜਿਹਦੇ ਵਿੱਚ ਡੈਂਟਲ ਕੇਅਰ ਤੇ ਫਾਰਮਾ ਕੇਅਰ ਵਰਗੇ ਮਸਲੇ ਆ, ਤਾਂ ਜਿਹੜੀ ਫੈਡਰਲ ਸਪੈਂਡਿੰਗ ਆ ਉਹ ਖਤਮ ਹੋ ਜੂਗੀ, ਬਜਟ ਨਹੀਂ ਰਹਿਣਾ, ਸਾਡੇ ਤੇ ਹੋਰ ਕਰਜ਼ਾ ਹੋ ਜਾਣਾ, ਹੋਰ ਇਨਫਲੇਸ਼ਨ ਹੋ ਜਾਣੀ ਆ, ਤੇ ਜਿਹੜੀਆਂ ਜ਼ਿਆਦਾ ਨੌਕਰੀਆਂ ਚਲੇ ਜਾਣਗੀਆਂ। NDP ਦਾ ਲਿਬਰਲ ਦੇ ਨਾਲ ਇਹ ਸਮਝੌਤਾ ਕੀ ਹੋਇਆ, ਕੀ ਗੱਲਬਾਤ ਆ, ਇਹਦੇ ਸੰਬੰਧੀ ਆਪਾਂ ਚੱਲਦੇ ਹਾਂ ਮੈਂਬਰ ਪਾਰਲੀਮੈਂਟ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ ਹੋਣਾ ਦੇ ਕੋਲ, ਜਿਹੜੇ ਇਸ ਵੇਲੇ ਆਟਵਾ ਦੇ ਵਿੱਚ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਮਾਮਲਾ ਸਾਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਸਮਝਾਉਣ। ਸਰਾਏ ਸਾਹਿਬ ਸਾਡੇ ਨਾਲ ਨੇ। ਸਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸਕਰਨ ਜੀ, ਔਰ ਤੁਹਾਡੇ ਸਾਰੇ ਟੀਮ ਤੇ ਸਰੋਤਿਆਂ ਨੂੰ। ਸਰਾਏ ਸਾਹਿਬ ਇਹ ਥੋੜ੍ਹਾ ਜਿਹਾ ਦੱਸਿਓ, ਇਹ ਸਮਝੌਤਾ ਆ ਇਹ ਹੁਣ 25 ਤੱਕ ਇੱਦਾਂ ਹੀ ਰਹਿਣਾ, ਕਿਸੇ ਵੇਲੇ NDP ਹੱਥ ਪਿੱਛੇ ਖਿੱਚ ਵੀ ਸਕਦੀ ਆ, ਮਾਮਲਾ ਕੀ ਹੈ ਜੀ ਪੂਰਾ? ਇਹ ਦੇਖੋ, ਇਹ ਐਗਰੀਮੈਂਟ ਹੈਗਾ ਕਿ ਦੋਨੇ ਪਾਰਟੀਆਂ ਨੇ, ਖਾਸ ਕਰਕੇ NDP ਨੇ ਐਗਰੀ ਕੀਤਾ ਕਿ ਅਸੀਂ ਆਉਣ ਵਾਲੇ 4 ਬਜਟ, ਜਿਵੇਂ ਤੁਸੀਂ ਕਿਹਾ 2025 ਤੱਕ ਅਸੀਂ ਬਜਟ ਨੂੰ ਸਪੋਰਟ ਕਰਾਂਗੇ। ਜਿੱਥੇ ਵੀ ਕੌਨਫੀਡੈਂਸ ਦੀ ਵੋਟ ਆ ਉੱਥੇ ਸਪੋਰਟ ਕਰਾਂਗੇ, ਜਿੱਥੇ ਸਪਲਾਈ ਦੀ ਵੋਟ ਆ, ਜਿਵੇਂ ਮਤਲਬ ਫਾਈਨੈਂਸ਼ੀਅਲ ਮੈਟਰਸ ਦੀ ਵੋਟ ਹੈਗੀ ਆ, ਉਹਨੂੰ ਅਸੀਂ ਸਪੋਰਟ ਕਰਾਂਗੇ। ਬਾਕੀ ਚੀਜ਼ਾਂ ਦੇ ਉੱਤੇ ਉਹ ਐਜ਼ ਏ ਆਪੋਜੀਸ਼ਨ ਐਕਟ ਕਰਨਗੇ। ਉਹਨਾਂ ਜਿੱਥੇ ਠੀਕ ਸਮਝਣਗੇ ਠੀਕ ਕਹਿਣਗੇ, ਜਿੱਥੇ ਉਹ ਗਲਤ ਕਹਿਣਗੇ ਤਾਂ ਉਹ ਗਲਤ ਸਮਝਣਗੇ, ਉਹਨਾਂ ਦਾ ਫਰਜ਼ ਬਣਦਾ ਔਰ ਹੱਕ ਹੈਗਾ, ਉਹ ਇਤਰਾਜ਼ ਕਰਨਗੇ ਕੁਐਸਚਨ ਬੀਟ ਤੇ, ਉਸੇ ਤਰ੍ਹਾਂ ਤੇ ਹੋਰ ਥਾਵਾਂ ਤੇ ਵੀ। ਬਟ ਬਜਟ ਨੂੰ ਤੇ ਕਾਨਫੀਡੈਂਸ ਵੋਟਾਂ ਤੇ ਉਹ ਗਾਰੰਟੀ ਕਰਨਗੇ। ਇਨ ਰਿਟਰਨ ਜਿਹੜੇ ਸਾਡੇ ਦੋਨਾਂ ਦੇ ਸਾਂਝੇ ਵੈਲਿਊਜ਼ ਹੈਗੇ ਆ, ਫਾਰਮ ਕੇਅਰ ਦੇ ਅਸੀਂ ਵੀ ਬੜੇ ਕਮਿਟਡ ਆ, ਸਾਡੇ ਪਲੈਟਫਾਰਮ 'ਤੇ ਆ। ਫਾਰਮ ਕੇਅਰ ਨੂੰ ਅਸੀਂ 2023 ਤੱਕ ਉਹਦੀ ਸ਼ੁਰੂਆਤ ਔਰ ਫਾਰਮ ਕੇਅਰ ਐਕਟ ਲਿਆ ਕੇ ਲਾਗੂ ਕਰਾਂਗੇ। ਉਹ ਵੀ ਇਸ ਗੱਲ ਦੇ ਵਿੱਚ ਸਹਿਮਤ ਹੈਗੇ ਆ, ਔਰ ਉਹ ਵੀ ਹੋਊਗਾ। ਔਰ ਉਹਨਾਂ ਦੀ ਇੱਕ ਅਰਜ਼ ਹੈਗੀ ਕਿ ਡੈਂਟਲ ਕੇਅਰ ਵੀ ਹੋਵੇ, ਔਰ ਅਸੀਂ ਉਹ ਸ਼ੁਰੂ ਕਰਾਂਗੇ ਜਿਹੜੇ 12 ਸਾਲ ਤੋਂ ਛੋਟੇ ਬੱਚਿਆਂ ਦੀ ਡੈਂਟਲ ਕੇਅਰ ਪਲਾਨ, ਔਰ ਪ੍ਰੋਵਿੰਸਾਂ ਦੇ ਨਾਲ ਜਿਵੇਂ ਅਸੀਂ ਚਾਈਲਡ ਕੇਅਰ ਦਾ ਕੀਤਾ ਇਸੇ ਤਰ੍ਹਾਂ ਸ਼ੁਰੂ ਕਰਕੇ ਉਹਨਾਂ ਨਾਲ ਕਰਾਂਗੇ। ਔਰ ਆਈ ਥਿੰਕ ਦੋਨੇ ਬੜੇ ਲਾਜ਼ਮੀ ਹੈਗੇ ਆ ਔਰ ਇੰਪੋਰਟੈਂਟ ਪਾਲਿਸੀਜ਼ ਹੈਗੀਆਂ ਕੈਨੇਡੀਅਨਸ ਵਾਸਤੇ, ਕੈਨੇਡੀਅਨ ਨਾਗਰਿਕਤਾ ਵਾਸਤੇ। ਇੰਟਰਮ ਕੰਜ਼ਰਵੇਟਿਵ ਲੀਡਰ ਨੇ ਕਿਹਾ ਵੀ ਇਹਦੇ ਨਾਲ ਬਜਟ ਹਿੱਲ ਜੂਗਾ ਸਾਰਾ ਕੁਝ ਜੇ ਦੋਵੇਂ ਗੱਲਾਂ ਹੋ ਗਈਆਂ, ਕੀ ਲੱਗਦਾ ਜੀ? ਨਹੀਂ ਦੇਖੋ, ਉਹ ਤਾਂ ਹਮੇਸ਼ਾ ਕਹਿੰਦੇ ਉਸ ਤਾਂ ਲੋਕਾਂ ਨੂੰ ਸਪੋਰਟ ਕੋਵਿਡ ਵੇਲੇ ਦੇਣ ਦੇ ਹੱਕ 'ਚ ਵੀ ਨਹੀਂ ਸੀਗੇ। ਉਹ ਚਾਈਲਡ ਕੇਅਰ ਦੇ ਵੀ ਅਗੇਂਸਟ ਹੈਗੇ ਆ, ਉਹ ਕਲਾਈਮੇਟ ਚੇਂਜ ਦੇ ਵੀ ਅਗੇਂਸਟ ਆ। ਸੋ ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਉਹ ਕਿਹੜੀ ਚੀਜ਼ਾਂ ਦੇ ਹੱਕ 'ਚ ਹੈਗੇ ਆ, ਸੋ ਉਹਨੀ ਤਾਂ ਆਪਣਾ ਇਤਰਾਜ਼ ਕਰੀ ਜਾਣਗੇ। ਪਰ ਅਸੀਂ ਸ਼ੋਅ ਕੀਤਾ ਕਿ ਐਕਚੁਅਲੀ ਗਵਰਨਮੈਂਟ ਫਾਈਨੈਂਸ਼ਲੀ ਵੈਰੀ ਰਿਸਪੋਂਸਿਬਲ ਆ। ਅੱਜ ਈਵਨ ਨਿਊਜ਼ਪੇਪਰਾਂ ਨੇ ਦੱਸਿਆ ਕਿ ਬਜਟ ਐਕਸਪੈਕਟੇਸ਼ਨ ਜਿਹੜਾ ਰੈਵਨਿਊ ਸਰਕਾਰ ਨੂੰ ਮਿਲਣਾ ਉਹ ਹਾਇਰ ਦੈਨ ਐਕਸਪੈਕਟਡ ਹੈਗਾ। ਅਨਐਮਪਲੋਇਮੈਂਟ ਰੇਟ ਲੋਐਸਟ ਰੈਕਡ ਫੇਰ ਮੁੜ ਕੇ ਹੋ ਗਿਆ। ਤੁਸੀਂ ਸ਼ਾਇਦ ਮੈਨੂੰ ਅੱਗੇ ਵੀ ਸੁਣਿਆ ਹੋਊਗਾ, ਕਹਿੰਦੇ ਨੂੰ ਉਦੋਂ ਮਾਰਚ 2020 ਸੀ, ਉਸ ਤੋਂ ਬਾਅਦ ਅਪ ਹੋ ਗਿਆ ਸੀ ਕੋਵਿਡ ਕਰਕੇ, ਹੁਣ ਉਹ ਮਾਰਚ 2020 ਤੋਂ ਵੀ ਲੋਅਰ ਹੈ। ਸੋ ਕੈਨੇਡੀਅਨ ਹਿਸਟਰੀ ਦੇ ਵਿੱਚ ਸਭ ਤੋਂ ਲੋਐਸਟ ਅਨਐਮਪਲੋਇਮੈਂਟ ਰੈਕਡ ਹੈ। ਉਹਦੇ ਨਾਲ ਨਾਲ ਅਸੀਂ ਸਭ ਤੋਂ ਰੈਕਡ ਇਮੀਗ੍ਰੇਸ਼ਨ ਲਿਆ ਰਹੇ। ਸੋ ਇਹ ਦੋਨਾਂ ਨੂੰ
ਚੀਜ਼ਾਂ ਨੂੰ ਦੇਖ ਕੰਟਰੀ ਖੁਸ਼ਹਾਲੀ ਦੇ ਵਿੱਚ ਹੈ, ਕੰਟਰੀ ਫਾਇਦੇਮੰਦ ਹੈਗੀ ਹੈ। ਜਦੋਂ ਤੁਸੀਂ ਵੱਧ ਪੈਸਾ ਬਣਦਾ, ਤੁਹਾਨੂੰ ਕੰਟਰੀ ਖੁਸ਼ਹਾਲ ਹੈਗੀ ਹੈ, ਤੁਹਾਨੂੰ ਇੰਪਲੋਇਮੈਂਟ ਵਧੀਆ, ਇਕੋਨਮੀ ਸਟਰੋਂਗ ਹੈ, ਤੁਹਾਡਾ ਫਰਜ਼ ਵੀ ਬਣਦਾ ਕਿ ਜਿਹੜੇ ਲੋਕਾਂ ਕੋਲ ਇਹ ਕਵਰੇਜ ਹੈ ਨਹੀਂ ਗੀ, ਫੋਰ ਐਗਜ਼ਾਮਪਲ ਚਾਹੇ ਉਹ ਬੱਚੇ ਹੈਗੇ ਜਿਨ੍ਹਾਂ ਕੋਲ ਡੈਂਟਲ ਕਵਰੇਜ ਨਹੀਂ ਹੈਗੀ, ਗਰੀਬ ਜਾਂ ਮਿਡਲ ਇਨਕਮ ਵਾਲਿਆਂ ਕੋਲ ਨਹੀਂ ਹੈਗੀ, ਉਹ ਹੈਜ਼ੀਟੇਟ ਕਰਦੇ, ਉਹਨਾਂ ਦੇ ਗਾਂਹ ਦੰਦ ਖਰਾਬ ਜ਼ਿਆਦਾ ਹੋ ਜਾਂਦੇ ਆ, ਉਹਨਾਂ ਵਾਸਤੇ। ਚਾਹੇ ਸਿਆਣਿਆਂ ਵਾਲੇ ਅਸੀਂ ਕਰੀਏ ਕਿ ਜਿਹੜੇ ਉਹਨਾਂ ਦੀ ਕਾਫੀ ਪਰਸੈਂਟੇਜ ਉਹਨਾਂ ਦੀ ਇਨਕਮ ਕਈ ਵਾਰੀ ਪੈਨਸ਼ਨਾਂ 'ਤੇ ਜਦੋਂ ਹੋ ਜਾਂਦੇ, ਉਹਨਾਂ ਕੋਲ ਰਹਿੰਦੀ ਨਹੀਂ ਜਿਹੜੀ ਉਹਨਾਂ ਦੀ ਐਕਸਟੈਂਡਡ ਬੈਨੀਫਿਟਸ ਉਹਨਾਂ ਦੇ ਜੋ ਕਿ ਪਹਿਲਾਂ ਇੰਪਲੋਇਰ ਤੋਂ ਹੁੰਦੇ ਸੀਗੇ। ਸੋ ਉਹ ਦਵਾਈਆਂ ਗੋਲੀਆਂ ਸਪਲਿਟ ਕਰਕੇ ਜਾਂ ਇੱਕ ਦਿਨ ਛੱਡ ਕੇ ਖਾਣ ਲੱਗ ਪੈਂਦੇ ਆ, ਜਾਂ ਮਿਸ ਕਰਨ ਲੱਗ ਪੈਂਦੇ। ਕੋਈ ਕੈਨੇਡੀਅਨ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਉਹਨੂੰ ਦਵਾਈ ਤੇ ਆਪਣਾ ਮੈਡੀਸਿਨ ਨਹੀਂ ਮਿਲੇ। ਸੋ ਇਹ ਦੋਨੇ ਚੀਜ਼ਾਂ ਬਹੁਤ ਵਾਈਟਲ ਹੈ, ਔਰ ਆਈ ਥਿੰਕ ਇਸ ਵੇਲੇ ਇਕੋਨਮੀ ਦੇ ਹਿਸਾਬ ਨਾਲ ਇਹ ਰਾਈਟ ਟਾਈਮਿੰਗ ਹੈਗੀ ਹੈ ਕਿ ਆਉਣ ਵਾਲੇ 3-4 ਵਰ੍ਹਿਆਂ ਦੇ ਵਿੱਚ ਇਹ ਇੰਪਲੀਮੈਂਟ ਹੋਵੇ। ਤੇ ਇਹ ਜਿਹੜੀ ਜੂਨ 2025 ਤੱਕ ਦੀ ਗੱਲਬਾਤ ਹੋਈ ਹੈ, ਪੱਕੀ ਗੱਲਬਾਤ, ਕੋਈ ਲਿਖਤੀ ਗੱਲਬਾਤ ਹੁੰਦੀ ਹੈ, ਜਾਂ ਹਜੇ ਵੀ ਐਨਡੀਪੀ ਕਿਸੇ ਮਾਮਲੇ ਦੇ ਉੱਤੇ ਆਪਣੀ ਸਪੋਰਟ ਪਿੱਛੇ ਖਿੱਚ ਸਕਦੀ ਹੈ ਤੇ ਉਹ ਡਰ ਰਹਿੰਦਾ ਹੈ? ਦੇਖੋ ਟੈਕਨੀਕਲੀ ਹਾਂਜੀ, ਉਹਨਾਂ ਨੂੰ ਆਪਣੇ ਜਵਾਨ ਤੇ ਖੜਨਾ ਪੈਂਦਾ, ਉਹਨਾਂ ਦੇ ਉਹ ਲਿਖਤੀ ਕੰਟਰੈਕਟ ਹੈਗਾ। ਦੋ ਪ੍ਰਾਈਮ ਮਿਨਿਸਟਰ ਕੋਲ ਗੁੰਜਾਇਸ਼ ਆਲਵੇਜ਼ ਹੈਗੀ ਕਿ ਪ੍ਰਾਈਮ ਮਿਨਿਸਟਰ ਕਦੇ ਵੀ ਇਲੈਕਸ਼ਨ ਕਾਲ ਕਰ ਸਕਦਾ, ਪਰ ਗੋਲ ਹੈਗਾ ਕਿ ਜਿਵੇਂ ਅੱਗੇ ਵੀ ਫਿਕਸ ਇਲੈਕਸ਼ਨ ਡੇਟ, ਉਹਦੇ ਵਿੱਚ ਵੀ ਪ੍ਰਾਈਮ ਮਿਨਿਸਟਰ ਇਲੈਕਸ਼ਨ ਕਾਲ ਕਰ ਸਕਦਾ ਜੇ ਉਹ ਨੀਡ ਸਮਝੇ। ਪਰ ਗੋਲ ਹੈਗਾ ਕਿ ਸਟੈਬਿਲਿਟੀ ਇਹਦੇ ਨਾਲ ਹੋਊਗੀ, ਹਰ ਇੱਕ ਨੂੰ ਇਹ ਨਾ ਹੋਊਗਾ ਕਿ ਗਵਰਨਮੈਂਟ ਜਦੋਂ ਆਪਰੇਟ ਕਰਦੀ ਉਹਨਾਂ ਨੂੰ ਇਹ ਨਾ ਡਰ ਹੋਊਗਾ ਕਿ ਇਲੈਕਸ਼ਨ ਸਰਕਾਰ ਟੁੱਟ ਸਕਦੀ ਆ, ਅਸੀਂ ਬਲੈਕਮੇਲ ਹੋ ਰਹੇ ਆ ਇੱਕ ਪਾਰਟੀ ਤੋਂ ਜਾਂ ਦੂਸਰੀ ਪਾਰਟੀ ਤੋਂ, ਜਾਂ ਸਾਨੂੰ ਇੱਕ ਨਾਲ ਕੰਪਰੋਮਾਈਜ਼ ਕਰਨਾ ਪਊਗਾ। ਸੋ ਇਹਦੇ ਨਾਲ ਤੁਹਾਨੂੰ ਥੋੜ੍ਹੇ ਸਟੈਬਿਲਿਟੀ ਬੇਸਿਕਸ ਜਿਹੜੇ ਹੈਗੇ ਨੈਸੈਸਿਟੀ ਕਮੇਟੀਜ਼ ਦੇ ਵਿੱਚ, ਗਵਰਨਮੈਂਟ ਦੇ ਵਿੱਚ ਪਾਲਿਸੀ ਮੇਕ ਕਰਨ ਵਾਸਤੇ ਤੁਹਾਡੇ ਕੋਲ ਸਟੈਬਿਲਿਟੀ ਹੈਗੀ ਹੈ। ਔਰ ਆਈ ਥਿੰਕ ਕੈਨੇਡੀਅਨਸ ਨੇ ਜਦੋਂ ਇਲੈਕਟ ਵੀ ਸਾਨੂੰ ਕੀਤਾ, ਇਹੀ ਮੈਸੇਜ ਭੇਜ ਕੇ ਕੀਤਾ ਸੀ ਕਿ ਅਸੀਂ ਮੰਗਦੇ ਕਿ ਤੁਸੀਂ ਰਲ ਕੇ ਚੱਲੋ, ਪਰ ਅਸੀਂ ਮੰਗਦੇ ਕਿ ਤੁਸੀਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਚੱਲੋ। ਸੋ ਈਵਨ ਦੋ ਇਲੈਕਸ਼ਨ 2 ਸਾਲ ਬਾਅਦ ਕਾਲ ਕੀਤੀ ਗਈ ਸੀਗੀ, ਲੋਕਾਂ ਨੇ ਮੈਸੇਜ ਇਹ ਕਿਹਾ ਕਿ ਇੱਦਾਂ ਰਲ ਕੇ ਚੱਲੋ। ਇਹਦੇ ਨਾਲ ਥੋੜ੍ਹਾ ਮੋਰ ਫਾਰਮੈਲਿਟੀ ਹੋ ਜਾਂਦੀ ਹੈ ਕਿ ਠੀਕ ਹੈ, ਸਟੇਬਲ ਗਵਰਨਮੈਂਟ ਚੱਲਦੀ ਆ, ਔਰ ਇਹ ਨਹੀਂ ਕਿ ਐਵਰੀ ਟਾਈਮ ਤੁਹਾਨੂੰ ਖਤਰਾ ਹੈਗਾ ਕਿ ਤੁਹਾਡੀ ਸਰਕਾਰ ਟੁੱਟ ਜਾਣੀ ਆ। ਹਾਂ, ਜੇ ਅਸੀਂ ਚੰਗੇ ਕੰਮ ਕਰਾਂਗੇ ਤਾਂ ਗਾਂ ਇਲੈਕਸ਼ਨ ਦੇ ਵਿੱਚ ਸਾਨੂੰ ਲੋਕ ਵੋਟ ਪਾ ਕੇ ਹੋਰ ਮੈਜੋਰਟੀ ਵੀ ਦੇਣਗੇ। ਜੇ ਅਸੀਂ ਸੇਮ ਕਰੀਏ ਸ਼ਾਇਦ ਸੇਮ ਪੋਜੀਸ਼ਨ ਭੇਜਣਗੇ, ਜੇ ਮਾੜਾ ਕਰੂਗੇ ਤਾਂ ਉਹ ਆਪਣੇ ਆਪ ਚੂਜ਼ ਕਰ ਸਕਦੇ ਕਿ ਨਹੀਂ ਚੰਗਾ ਕੰਮ ਕੀਤਾ। ਪਰ ਐਟ ਲੀਸਟ ਸਟੇਬਿਲਿਟੀ ਸਾਰੇ ਕੈਨੇਡੀਅਨਸ ਚਾਹੁੰਦੇ, ਕੋਈ ਕੈਨੇਡੀਅਨ ਇਹ ਨਹੀਂ ਚਾਹੁੰਦਾ ਕਿ ਸਰਕਾਰ ਕੋ ਸਟੇਬਲ ਸਿਕਿਉਰ ਟੈਨਿਓਰ ਨਾ ਹੋਵੇ। ਸਰਾਜ ਸਾਹਿਬ, ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਨਾਲ ਐਨਡੀਪੀ ਨੂੰ ਸਿੱਧਾ ਸਿੱਧਾ ਵੱਡਾ ਫਾਇਦਾ ਹੋਇਆ ਇਸ ਚੀਜ਼ ਦੇ ਵਿੱਚ? ਇੱਕ ਤਰ੍ਹਾਂ ਉਹ ਪਾਰਟਿਸਿਪੇਟ ਕਰ ਗਏ ਸਾਰੇ ਕੁਛ ਦੇ ਵਿੱਚ, ਤੇ ਲਿਬਰਲ ਜਿਹੜਾ ਇੱਕ ਤਰੀਕੇ ਨਾਲ ਉਹਨਾਂ ਦਾ ਸਹਾਰਾ ਲੱਭਣਾ ਪਿਆ। ਦੇਖੋ ਡਿਪੈਂਡ ਆ ਪਰਸਪੈਕਟਿਵ ਕਿਹਨੂੰ ਦੇਖਦੇ ਆ। ਜੇ ਤੁਸੀਂ ਦੇਖੋ ਕਿ ਜਿੱਥੇ ਗਵਰਨਮੈਂਟ ਹੈਗੀ ਆ, ਗਵਰਨਮੈਂਟ ਨੂੰ ਸਿਕਿਉਰਿਟੀ ਮਿਲ ਗਈ ਕਿ ਗਵਰਨਮੈਂਟ 4 ਸਾਲ ਸਟਰੋਂਗਲੀ ਆਪਣੇ ਬਜਟ ਬਣਾ ਸਕਦੀ, ਆਪਣੀਆਂ ਪਾਲਿਸੀਜ਼ ਜਿਹੜੇ ਅਸੀਂ ਖੜੇ ਆ ਤਾਂ ਅਸੀਂ ਇੰਪਲੀਮੈਂਟ ਕੀਤੇ, ਅਸੀਂ ਉਹਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਹੈਗੀ। ਉਹਨਾਂ ਨੂੰ ਚਾਹੇ ਉਹ ਲਾਈਕ ਕਰਦੇ ਉਹ ਜਾਂ ਨਹੀਂ, ਇਹ ਅਗਰੀਮੈਂਟ ਹੈ ਕਿ ਉਹਨਾਂ ਨੂੰ ਵੋਟ ਪਾਉਣੀ ਪਊਗੀ ਉਹਦੇ ਨਾਲ। ਸੋ ਉਹਦਾ ਕਿੰਤੂ ਪ੍ਰੰਤੂ ਬੇਸ਼ੱਕ ਕੁਐਸਚਨ ਪੀਰੀਅਡ ਜਾਂ ਕਮੇਟੀ 'ਚ ਕਰ ਸਕਦੇ, ਪਰ ਉਹਨਾਂ ਨੂੰ ਬਿੱਲ ਦੇ ਵਿੱਚ ਪਾਸ ਕਰਨਾ ਪਊਗਾ। ਸੋ ਇਹਦੇ ਨਾਲ ਲਿਬਰਲ ਗਵਰਨਮੈਂਟ ਨੂੰ ਲਿਬਰਲ ਏਜੰਡਾ ਜਿਹੜਾ ਉਹ 'ਤੇ ਗਾਰੰਟੀ ਮਿਲੀ ਆ। ਤਾਂ ਜਿਹੜੀ ਉਹਨਾਂ ਨੂੰ ਅਸੀਂ ਜਿਹੜੀ ਕਹਿ ਲਓ ਉਹਨਾਂ ਦੇ ਨਾਲ ਸਮਝੌਤਾ ਕੀਤਾ, ਉਹ ਇਹ ਦੋ ਚੀਜ਼ਾਂ ਫਾਰਮ ਕੇਅਰ, ਡੈਂਟਲ ਕੇਅਰ ਪਲੱਸ ਹਾਊਸਿੰਗ ਦੇ ਉੱਤੇ ਕਿ ਬਿੱਲ ਆਫ ਰਾਈਟਸ ਹੋਮ ਬਾਇਰ ਵਾਸਤੇ ਕੀਤਾ ਜਾਵੇ, ਜਿਹੜਾ ਕਿ ਅਸੀਂ ਵੀ ਕੀਤਾ ਸੀਗਾ। ਸੋ ਇਹ ਸਾਂਝੇ ਮਸਲਿਆਂ ਦੇ ਉੱਤੇ ਐਗਰੀਮੈਂਟ ਹੋਇਆ। ਬਾਕੀ ਦੇ ਉੱਤੇ ਲਿਬਰਲ ਗਵਰਨਮੈਂਟ ਦਾ ਜਿਹੜਾ ਏਜੰਡਾ ਉਹ ਹੀ ਹੋਊਗਾ, ਔਰ ਉਹਨਾਂ ਨੂੰ ਵੋਟ ਪਾਉਣੀ ਪਊਗੀ। ਸੋ ਜੇ ਤੁਸੀਂ ਡਿਪੈਂਡ ਹੈ ਕਿਹੜੇ ਐਂਗਲ ਨਾਲ ਦੇਖੋ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇੱਕ ਜੇਤੂ ਹੈ ਇਹਦੇ ਵਿੱਚ ਜਾਂ ਦੂਜਾ। ਜਦੋਂ ਵੀ ਐਗਰੀਮੈਂਟ ਹੈ ਤਾਂ ਹੀ ਚੰਗਾ ਚੱਲਦਾ ਹੁੰਦਾ, ਦੋਨਾਂ ਵਾਸਤੇ ਫਾਇਦੇਮੰਦ ਹੋਵੇ। ਔਰ ਆਈ ਥਿੰਕ ਕੈਨੇਡੀਅਨਸ ਵਾਸਤੇ ਐਂਡ ਲਿਬਰਲਸ ਐਂਡ ਨਿਊ ਡੈਮੋਕ੍ਰੇਟਸ ਵਾਸਤੇ ਫਾਇਦੇਮੰਦ ਆ। ਔਰ ਜੇ ਇਹ 'ਚ ਰੀਅਲੀ ਨੁਕਸਾਨ ਦੇਖਿਆ ਜਾਵੇ, ਉਹ ਕੰਸਰਵੇਟਿਵਸ ਵਾਲਿਆਂ ਨੂੰ ਹੈਗਾ ਕਿ ਉਹਨਾਂ ਕੋਲ ਹੁਣ ਉਹ ਚੈਲੰਜ ਜਾਂ ਉਹਨਾਂ ਕੋਲ ਉਹ ਚਾਂਸ ਨਹੀਂ ਹੈਗਾ ਕਿ ਉਹ ਰਿਸਕ ਸਾਡੇ ਉੱਤੇ ਪਾ ਕੇ ਤੇ ਸਰਕਾਰ ਤੋੜ। ਹੋਰ ਗੱਲ ਜਿਹੜੀ ਕ੍ਰਿਟਿਕ ਕਹਿ ਰਹੇ ਸੀ ਉਹਦਾ ਜਵਾਬ ਤੁਹਾਡੇ ਕੋਲੋਂ ਚਾਹੁੰਦੇ ਆ। ਕਹਿੰਦੇ ਵੀ ਕੈਨੇਡਾ ਹੁਣ ਇਸ ਵੇਲੇ ਜਿਹੜੀਆਂ ਪਾਈਪਲਾਈਨ ਤੇ ਲਿਕੁਇਫਾਈਡ ਨੈਚੁਰਲ ਗੈਸ ਦੀਆਂ ਫੈਸਿਲਿਟੀਜ਼ ਆ ਉਹ ਟਾਈਮ ਦੇ ਉੱਤੇ ਬਣਾ ਨਹੀਂ ਸਕੂਗਾ, ਜਦੋਂ ਕਿ ਇਸ ਵੇਲੇ ਯੂਰਪ ਜਿਹੜਾ ਇਸ ਵੇਲੇ ਸਿਕਿਉਰ ਸਪਲਾਈ ਲੱਭ ਰਿਹਾ ਰਸ਼ੀਆ ਯੂਕਰੇਨ ਵਾਲੇ ਕਨਫਲਿਕਟ ਦੇ ਵਿੱਚ। ਇਹਦੇ ਤੇ ਵੀ ਕੋਈ ਅਸਰ ਪਊਗਾ ਐਨਡੀਪੀ ਤੇ ਲਿਬਰਲ ਦੇ ਇਕੱਠੇ ਹੋਣ ਨਾਲ? ਨਹੀਂ ਜੀ, ਸੋ ਜੇ ਦੇਖਿਆ ਜਾਓ ਕੰਸਰਵੇਟਿਵ ਸਰਕਾਰ 10 ਸਾਲ ਰਹੀ, ਇਹਨਾਂ ਕੋਲ 1 ਇੰਚ ਪਾਈਪਲਾਈਨ ਦੀ ਨਹੀਂ ਬਣਾ ਹੋਈ ਜਿੰਨਾ ਚਿਰ ਇਹ ਸਰਕਾਰ ਇਹਨਾਂ ਦੀਆਂ ਰਹੀਆਂ। ਨਾਲੇ ਪ੍ਰੋ ਆਇਲ ਐਂਡ ਗੈਸ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਆ। ਇਹਨਾਂ ਕੋਲ 1 ਇੰਚ ਨਹੀਂ, ਨਾ ਅਮਰੀਕਾ ਦੇ ਵਿੱਚ ਨਾ ਕੈਨੇਡਾ ਦੇ ਵਿੱਚ, ਕਿਤੇ ਵੀ ਇਹਨਾਂ ਕੋਲ ਹੋਈ ਨਹੀਂ ਸਕੀ। ਸਾਡੇ ਕੋਲ ਜਦ ਦੇ ਅਸੀਂ ਆਏ ਆ, ਸਾਡੇ ਕੋਲ TMX ਐਕਸਪੈਕਟਡ ਕੰਪਲੀਸ਼ਨ ਬੜੀ ਜਲਦੀ ਆ। ਈਵਨ ਜੇ ਆਪਾਂ ਆਮ ਲੋਕਾਂ ਨੂੰ ਪਤਾ ਨਹੀਂ, ਜਿਹੜੇ ਹੜ੍ਹ ਆਏ ਸੀਗੇ ਜਿਹਦੇ ਨਾਲ ਆਪਣੇ ਕੋਕਾਲਾ ਹਾਈਵੇ ਤੇ ਹਾਈਵੇਜ਼ ਦਾ ਬਹੁਤ ਡੈਮੇਜ ਹੋਇਆ,
ਉਹਨਾਂ ਦੀ ਰਿਕਵਰੀ ਇਸ ਕਰਕੇ ਹੋਈ ਸੀ ਕਿ TMX ਦੇ EMPLOYEES ਆਲਰੇਡੀ ਉਸ ਸੇਮ ਰੂਟ ਦੇ ਉੱਤੇ ਵਰਚੁਅਲੀ ਸੇਮ ਰੂਟ ਦੇ ਵਿੱਚ ਹੈਵੀ ਇਕਵਿਪਮੈਂਟ ਲੈ ਕੇ ਕੰਮ ਕਰ ਰਹੇ ਸੀ, ਪਾਈਪਲਾਈਨ ਪਾ ਰਹੇ ਸੀਗੇ। ਉਹਨਾਂ ਨੂੰ ਰਾਈਟ ਵੇ ਆਫਰ ਕੀਤਾ ਗਿਆ ਕਿ ਉਹ ਪਹਿਲਾਂ ਬ੍ਰਿਜਸ ਐਂਡ ਓਵਰਪਾਸ ਤੇ ਹਾਈਵੇਜ਼ ਨੂੰ ਰਿਪੇਅਰ ਕਰੋ, ਜਿਹਦੇ ਕਰਕੇ ਅਸੀਂ ਵੀਕਸ ਦੇ ਵਿੱਚ ਉਹ ਹਾਈਵੇ ਜਿਹੜਾ ਕਿ ਕਹਿੰਦੇ ਸੀ 6 ਮਹੀਨੇ ਜਾਂ ਸਾਲ ਨਹੀਂ ਖੁੱਲ੍ਹਣਾ, ਉਹ ਕਰ ਸਕੇ। ਪਰ ਓਬਵੀਅਸਲੀ ਉਹਦੇ ਨਾਲ ਥੋੜ੍ਹੀ ਜਿਹੀ ਡਿਲੇ ਹੋਈ ਹੈ ਕਿ ਪਾਈਪਲਾਈਨ ਬਣਨ ਦੇ ਵਿੱਚ ਡਿਲੇ ਹੋ ਗਈ, ਪਰ ਪਾਈਪਲਾਈਨ ਰਿਲੇਟਿਵਲੀ ਔਨ ਸਕੈਜੂਲ ਹੈਗੀ ਆ ਔਰ ਉਹ ਬਣੂਗੀ ਔਰ ਕੰਪਲੀਟ ਹੋ ਕੇ ਜਿਹੜਾ ਅੱਜ ਮਸਲਾ ਹੈਗਾ ਯੂਰਪ ਦੇ ਵਿੱਚ ਨੈਚੁਰਲ ਗੈਸ ਉਹਨਾਂ ਨੂੰ ਲਿਆਉਣ ਲਈ ਜਾਂ ਆਇਲ ਐਂਡ ਕਰੂਡ ਲਿਆਉਣ ਵਾਸਤੇ, ਉਹਦੇ ਲਈ ਅਸੀਂ ਮਦਦ ਕਰਾ ਸਕਾਂਗੇ ਕਿਉਂਕਿ ਉਹ ਟਾਈਡ ਵਾਟਰ 'ਤੇ ਆਊਗਾ ਔਰ NDP ਨੂੰ ਅਪੋਜ਼ ਕਰ ਸਕੂਗੀ। ਪਰ ਵੋਟ ਦੇ ਵਿੱਚ ਉਹਨਾਂ ਨੂੰ ਹੈਵ ਟੂ ਜਿੱਥੇ ਸਪਲਾਈ ਐਂਡ ਜਿੱਥੇ ਕੰਫੀਡੈਂਸੀ ਵੋਟ ਹੈ ਉਹਨਾਂ ਨੂੰ ਵੋਟ ਸਾਡੇ ਨਾਲ ਪਾਉਣੀ ਪਊਗੀ, ਨਹੀਂ ਤਾਂ ਉਹ ਉਲੰਘਣਾ ਕਰਨਗੇ ਆਪਣੀ ਵੋਟ ਦੀ, ਆਪਣੇ ਕੰਟਰੈਕਟ ਦੀ। ਇੱਕ ਸਰਾਏ ਸਾਹਿਬ ਜਿਹੜੀ ਇਹ ਵੀ ਕੋਈ ਹੈਗੀ ਆ ਕਿ ਜਿਹੜੀਆਂ ਕੁਝ ਕਮੇਟੀਜ਼ ਆ ਜਿਹੜੀਆਂ ਇਨਕੁਆਇਰੀਜ਼ ਆ ਉਹ ਨਹੀਂ ਹੋ ਸਕਣਗੀਆਂ ਜੇ ਕੋਈ ਕੰਜ਼ਰਵੇਟਿਵ ਜਾਂ ਬਲੋਕ ਕਰਾਉਣੀਆਂ ਚਾਹੁੰਦੀਆਂ, ਕਿਉਂਕਿ ਇਹ ਹੁਣ NDP ਤੇ ਲਿਬਰਲਸ ਇਕੱਠੇ ਹੋ ਗਏ ਆ ਤੇ ਇਹਦੇ ਨਾਲ ਫਿਰ ਉਹ ਵੀ ਰੋਕੀਆਂ ਜਾ ਸਕਦੀਆਂ ਜਿਹੜੀਆਂ ਕਿ ਸ਼ਾਇਦ ਜਸਟਿਨ ਟਰੂਡੋ ਹੋਣ ਵਾਲੇ ਜਾਂ ਲਿਬਰਲਸ ਦੇ ਲਈ ਬਹੁਤੇ ਕੰਫਰਟੇਬਲ ਨਹੀਂ ਆ ਉਸ ਕਿਸਮ ਦੀ ਇਨਕੁਆਇਰੀਜ਼ ਦੇ ਨਾਲ। ਇਹਨਾਂ ਦੇ ਇਕੱਠੇ ਹੋਣ ਨਾਲ ਉਹਨਾਂ ਦੇ ਉੱਤੇ ਵੀ ਕੁਝ ਰੋਕ ਲੱਗੂਗੀ ਜਾਂ ਬਚਾਅ ਹੋਊਗਾ ਲਿਬਰਲ? ਨਹੀਂ, ਮੇਰਾ ਖਿਆਲ ਕਿਉਂਕਿ ਰੂਲਸ ਕਾਫੀ ਸਟਰੋਂਗ ਹੈਗੇ, ਇਨਕੁਆਇਰੀ ਜਾਂ ਕਮੇਟੀਜ਼ ਜੋ ਸਟੱਡੀ ਕਰਨਾ ਚਾਹੁੰਦੇ ਉਹ ਕਰ ਸਕਣਗੇ ਔਰ ਜਿਹੜੇ NDP ਇਹ ਵੀ ਉਹਦੇ ਵਿੱਚ ਸਪੋਰਟ ਦੇ ਸਕਦੇ, ਇਹਨਾਂ ਦੀ ਉਹਦੇ ਵਿੱਚ ਕੋਈ ਕਮਿਟਮੈਂਟ ਨਹੀਂ ਹੈਗੀ। ਪਰ ਇਹ ਜ਼ਰੂਰ ਹੈਗਾ ਕਿ ਜਿਹੜੇ ਅੱਗੇ ਕਹਿ ਲਓ ਸ਼ਨੈਨਗਨਸ ਹੁੰਦੇ ਸੀਗੇ, ਜਿਹੜੇ ਪਖੰਡਬਾਜ਼ੀ ਮੈਂ ਕਹੂੰਗਾ ਕਮੇਟੀ 'ਚ ਕਈ ਵਾਰੀ ਹੁੰਦੀ ਸੀ ਸਿਰਫ ਕਮੇਟੀ ਨੂੰ ਡਰੈਗ ਆਊਟ ਕਰਨ ਵਾਸਤੇ, ਉਹਨੂੰ ਟਾਈਮਿੰਗ ਵਾਸਤੇ ਬਹੁਤ ਡਿਲੇ ਕਰਨ ਵਾਸਤੇ, ਉਹ ਜਿਹੜੇ ਚੀਜ਼ਾਂ ਉਹ ਪ੍ਰੋਬਬਲੀ ਹਟ ਜਾਣਗੇ। ਸੋ ਮੋਰ ਐਫੀਸ਼ੀਐਂਟਲੀ ਜਿਹੜੀਆਂ ਸਰਕਾਰਾਂ ਸਾਡੀਆਂ ਹੈਗੀਆਂ, ਸਾਡੀ ਕਮੇਟੀਜ਼ ਹੈਗੀਆਂ, ਉਹ ਮੋਰ ਐਫੀਸ਼ੀਐਂਟਲੀ ਚੱਲਣਗੀਆਂ ਜਿਵੇਂ ਮੈਜੋਰਟੀ ਗਵਰਨਮੈਂਟ ਦੇ ਚੱਲਦੀਆਂ ਹੈਗੀਆਂ। ਪਰ ਜਿਵੇਂ ਆਪਾਂ ਦੇਖੋ, ਜੇ ਤੁਸੀਂ ਦੇਖੋ ਇਨਕੁਆਇਰੀ ਜਦੋਂ ਜੋਡੀ ਵਿਲਸਨ ਰੇਬੋਲ ਦੀ ਹੋਈ ਸੀਗੀ, ਇਟ ਵਾਜ਼ ਐਨ ਓਪਨ ਔਨ ਕੈਮਰਾ, ਪੂਰੇ ਆਮ ਤੋਂ ਵੀ ਵੱਧ ਟਾਈਮ ਉਹਨੂੰ ਦਿੱਤਾ ਗਿਆ ਸੀ, ਨਾਲੇ ਸਰਕਾਰ ਦੇ ਉਲਟ ਉਹ ਗਵਾਹੀ ਦੇ ਰਹੀ ਸੀਗੀ। ਸੋ ਆਈ ਡੋਂਟ ਥਿੰਕ ਉਹਦੇ ਵਿੱਚ ਕੋਈ ਫਰਕ ਪਊਗਾ। ਹਾਂ, ਥੋੜ੍ਹਾ ਜਿਹਾ ਮੋਰ ਐਫੀਸ਼ੀਐਂਟਲੀ ਹੋਊਗਾ, ਮੋਰ ਰੂਲਸ ਐਂਡ ਆਰਡਰਸ ਬੇਸਡ ਕਮੇਟੀ ਵਰਕ ਹੋਊਗਾ। ਪਰ ਅਗੇਨ NDP ਨੂੰ ਪੂਰੀ ਆਜ਼ਾਦੀ ਹੈ ਕਿ ਕਮੇਟੀ ਵਰਕ ਦੇ ਵਿੱਚ ਉਹ ਜਿਹੜੀ ਸਟੱਡੀ ਕਰਾਉਣੀ ਚਾਹੁੰਦੇ ਜਾਂ ਕਿੱਦਾਂ ਕਰਾਉਣੀ ਚਾਹੁੰਦੇ, ਉਹ 'ਤੇ ਉਹਨਾਂ ਨੂੰ ਆਜ਼ਾਦੀ ਹੈਗੀ ਹੈ। ਸਰਾਏ ਸਾਹਿਬ, ਆਖਰੀ ਸਵਾਲ, ਹੁਣ ਤੱਕ ਤੁਸੀਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਸੰਤੁਸ਼ਟ ਆ ਜਾਂ ਲੱਗਦਾ ਕਿ ਜਿੰਨਾ ਤੁਸੀਂ ਸੋਚਿਆ ਸੀ ਉੱਥੇ ਤੱਕ ਪਹੁੰਚ ਚੁੱਕੇ ਹੋ, ਅਤੇ ਇਹਦੇ ਨਾਲ ਤੁਹਾਨੂੰ ਹੋਰ ਕੀ ਜਿਹੜਾ ਵਾਧਾ ਹੋਊਗਾ ਕਿ ਤੁਸੀਂ ਲੋਕਾਂ ਨੂੰ ਆਪਣੇ ਵਾਅਦੇ ਚੰਗੀ ਤਰ੍ਹਾਂ ਪੂਰੇ ਕਰ ਸਕੋ ਜੀ NDP ਨਾਲ ਜੋੜਨ ਦੇ? ਦੇਖੋ, ਸਾਡੇ ਵਾਅਦੇ ਆਲਵੇਜ਼ ਰਹੇ ਆ ਕਿ ਅਸੀਂ ਦੋ ਚੀਜ਼ਾਂ ਹੈਂਡ ਇਨ ਹੈਂਡ ਕਰਨੀਆਂ ਚਾਹੁੰਦੇ ਹਾਂ ਕਿ ਇੱਕ ਤਾਂ ਇਕੋਨਮੀ ਨੂੰ ਤੇ ਇੱਕ ਕਲਾਈਮੇਟ ਚੇਂਜ ਨੂੰ, ਦੋਨਾਂ ਨੂੰ ਸੇਮ ਤਲੀ ਦੇ ਵਿੱਚ ਰੱਖ ਕੇ ਦੋਨਾਂ ਨੂੰ ਅੱਗੇ ਲਿਆਈਏ, ਜੌਬਸ ਵੀ ਕ੍ਰੀਏਟ ਕਰੀਏ, ਇਕੋਨਮੀ ਨੂੰ ਵੀ ਅੱਗੇ ਤੋਰੀਏ ਤੇ ਕਲਾਈਮੇਟ ਚੇਂਜ ਦੇ ਵਿੱਚ ਵੀ ਆਪਣੇ ਭਵਿੱਖ ਨੂੰ ਬਚਾਉਣ ਵਾਸਤੇ ਵੀ ਅਸੀਂ ਅੱਗੇ ਕਰੀਏ। ਉਹ ਦੋਨਾਂ ਦੇ ਵਿੱਚ ਈਵਨ ਗ੍ਰੀਨ ਲੀਡਰਸ ਲਾਸਟ ਇਲੈਕਸ਼ਨ ਕਹਿ ਕੇ ਜਿਹੜੀ ਪਲਾਨ ਲਿਬਰਲ ਕਰ ਰਹੇ ਆ ਉਹ ਸਭ ਤੋਂ ਵਧੀਆ ਔਰ ਬਿਹਤਰੀਨ ਪਲਾਨ ਹੈਗੀ ਆ। ਇਕੋਨਮੀ ਦਾ ਸਬੂਤ ਸਾਹਮਣੇ ਆ, ਸਾਡੇ ਕੋਲ ਵਰਕਰ ਨਹੀਂ ਸੀਗਾ ਨਫ ਲੱਭਦੇ ਆ, ਸਾਡੀ ਇਕੋਨਮੀ ਰੈਕਡ ਮੇਰੇ ਕੋਲ 6% ਤੋਂ ਵੱਧ ਗਰੋਥ ਉਹਦਾ ਇਸ ਸਾਲ ਹੈਗਾ, ਅਨਐਮਪਲੋਇਮੈਂਟ ਰੇਟ ਰੈਕਡ ਲੋ ਆ। ਸੋ ਦੋਨਾਂ 'ਚ ਅਸੀਂ ਬੜੇ ਕਾਮਯਾਬ ਹੈਗੇ ਆ ਔਰ ਜਿਵੇਂ ਅਸੀਂ ਕਮਿਟਮੈਂਟ ਕੀਤੀ ਆ ਉਸੇ ਤਰ੍ਹਾਂ ਚੱਲ ਰਿਹਾ। ਤੀਜੀ ਸਾਡੀ ਸੀ ਕਿ ਅਸੀਂ ਮਿਡਲ ਕਲਾਸ ਲੋਕਾਂ ਨੂੰ ਹੋਰ ਰਲਾਉਣਾ, ਜਿਹੜਾ ਕਿ ਦੱਸਦੇ ਆ ਕਿ ਹੁਣ ਵੇਜ ਇੰਕਰੀਸ ਵੀ ਉਸ ਦੇ ਮੁਤਾਬਕ ਹੋ ਰਹੀ ਆ, ਲੋਕਾਂ ਨੂੰ ਬੈਟਰ ਸੈਲਰੀਜ਼ ਮਿਲ ਰਹੀਆਂ। ਪਿਛਲੇ 6 ਸਾਲਾਂ ਦੇ ਵਿੱਚ ਅਨਐਮਪਲੋਇਮੈਂਟ ਰੇਟ ਬਹੁਤ ਲੋ ਹੈਗਾ, ਮੋਰ ਲੋਕ ਰਲ ਰਹੇ ਆ ਕੈਨੇਡਾ ਚਾਈਲਡ ਬੈਨੀਫਿਟ ਦੇ ਨਾਲ। ਇਸ ਸਾਲ ਤੇ ਅਗਲੇ ਸਾਲਾਂ ਦੇ ਵਿੱਚ ਚਾਈਲਡ ਕੇਅਰ ਦੀ ਜਿਹੜੀ ਸਹਾਇਤਾ ਹੋਣੀ ਹੈ $10 ਡੇ ਚਾਈਲਡ ਕੇਅਰ, ਇਹਨਾਂ ਨਵੇਂ ਫੈਮਿਲੀ ਜਦੋਂ ਆਪਾਂ ਪਰਿਵਾਰ ਸਟਾਰਟ ਕਰਦੇ ਉਹਨਾਂ ਨੂੰ ਤਕਰੀਬਨ ਈਚ ਬੱਚੇ ਦੇ ਮਗਰ $1000 ਦੀ ਸੇਵਿੰਗ ਹੋਣੀ ਉਹਦੇ ਨਾਲ। ਇਸੇ ਤਰ੍ਹਾਂ ਸਿਆਣਿਆਂ ਵਾਸਤੇ ਉਹਨਾਂ ਦੇ GIS ਤੇ ਹੋਰ ਹੋ ਰਿਹਾ। ਸੋ ਆਈ ਥਿੰਕ ਅਸੀਂ ਔਨ ਟਰੈਕ ਹੈਗੇ ਆ ਕਿ ਅਸੀਂ ਇਹ ਅਚੀਵਮੈਂਟਾਂ ਕਰੀਏ ਜਿਨ੍ਹਾਂ ਲੋਕ ਮਿਡਲ ਕਲਾਸ ਨੂੰ ਹੋਰ ਜੁਆਇਨ ਕਰਨ, ਇਨਵਾਇਰਮੈਂਟ ਸਰ ਹੋਵੇ ਤੇ ਇਕੋਨਮੀ ਸਾਡੀ ਰੋਬਸਟ ਹੋਵੇ ਔਰ ਸਟਰੋਂਗ ਹੋਵੇ, ਤਾਂ ਕਿ ਸਾਡੇ ਬੱਚਿਆਂ ਲਈ ਮੋਰਲਾ ਜਿਹੜਾ ਫਿਊਚਰ ਆ ਉਹ ਬਹੁਤ ਵਧੀਆ ਹੋਊਗਾ। ਰਣਦੀਪ ਸਿੰਘ ਸਰਾਏ ਜੀ, ਤੁਸੀਂ ਸਮਾਂ ਕੱਢਿਆ, ਇਸ ਵੇਲੇ ਤੁਸੀਂ ਆਟਵਾ ਦੇ ਵਿੱਚੋਂ ਸਾਡੀ ਬੇਨਤੀ ਦੇ ਉੱਤੇ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਮਿਹਰਬਾਨੀ, ਥੈਂਕ ਯੂ। ਸ਼ੁਕਰੀਆ ਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਰਣਦੀਪ ਸਿੰਘ ਸਰਾਏ ਹੋਣਾ ਨਾਲ, ਜਿਹੜੇ ਮੈਂਬਰ ਪਾਰਲੀਮੈਂਟ ਨੇ ਸਰੀ ਸੈਂਟਰ ਤੋਂ, ਇਸ ਵੇਲੇ ਆਟਵਾ ਦੇ ਵਿੱਚ ਨੇ। ਇਹ ਮਾਮਲਾ ਕਾਫੀ ਜਿਹੜਾ ਇਹਨੂੰ ਅੱਜ ਪ੍ਰਮੁੱਖਤਾ ਦੇ ਨਾਲ ਡਿਸਕਸ ਕੀਤਾ ਜਾ ਰਿਹਾ। ਜਿਹੜੀ ਆਪਾਂ ਸਰਾਏ ਸਾਹਿਬ ਦੇ ਨਾਲ ਹੁਣ ਗੱਲਬਾਤ ਕੀਤੀ ਆ ਕਿ NDP ਤੇ ਲਿਬਰਲ ਦੇ ਜੋੜਨ ਦੇ ਨਾਲ ਫਾਇਦਾ ਕਿਹਨੂੰ ਹੋ ਰਿਹਾ, ਕੀ ਕੈਨੇਡਾ ਦਾ ਇਹਦੇ ਵਿੱਚ ਫਾਇਦਾ, ਕਿਹੜੇ ਲੋਕਾਂ ਦਾ ਫਾਇਦਾ, ਆਮ ਲੋਕਾਂ ਦਾ ਇਹਦੇ ਵਿੱਚ ਜ਼ਿਆਦਾ ਫਾਇਦਾ ਆ, ਕੰਜ਼ਰਵੇਟਿਵ ਇਸ ਗੱਲ ਦੇ ਉੱਤੋਂ ਇੰਨਾ ਜ਼ਿਆਦਾ ਦੁਖੀ ਕਿਉਂ ਆ, ਜਾਂ ਬਲੋਕ ਵਿਕਵਾ ਇਸ ਗੱਲ ਨੂੰ ਕਿਉਂ ਇੱਦਾਂ ਕਹਿ ਰਹੇ ਆ ਕਿ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਧੋਖਾ ਹੋ ਗਿਆ, ਵੀ ਲੋਕਾਂ ਨੇ ਦੋਵਾਂ ਨੂੰ ਅਲੱਗ-ਅਲੱਗ ਜਿਤਾਇਆ। ਲੋਕਾਂ ਨੇ ਕਿਹਾ ਤੁਸੀਂ
ਵੱਖਰੇ ਵੱਖਰੇ ਰਹੋ, ਤੇ ਇਹਨਾਂ ਨੇ ਰਲ ਕੇ ਇੱਕ ਸਮਝੌਤਾ ਕਰ ਲਿਆ। ਇਹਦੇ ਨਾਲ ਐਨਡੀਪੀ, ਖਾਸ ਕਰ ਐਨਡੀਪੀ ਲੀਡਰ ਜਗਮੀਤ ਸਿੰਘ ਹੋਣਾ ਦਾ ਜਿਹੜਾ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ, ਉਹਨਾਂ ਦਾ ਕੱਦ ਕਿੰਨਾ ਕੁ ਉੱਚਾ ਹੁੰਦਾ, ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਇਸ ਵੇਲੇ ਲੋਕਾਂ ਦੇ ਸਾਹਮਣੇ ਨੇ। ਤੇ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪਤਾ ਲੱਗੂਗਾ ਕਿ ਇਹਦੇ ਨਾਲ ਕਿਹੜੀ ਪਾਰਟੀ ਨੂੰ, ਕਿਉਂਕਿ ਦੋਵੇਂ ਪਾਰਟੀਆਂ ਜੁੜ ਜਾਂਦੀਆਂ ਨੇ, ਜੁੜ ਗਈਆਂ, ਉਹਨਾਂ ਦੇ ਵਿੱਚ ਐਗਰੀਮੈਂਟ ਹੋ ਗਿਆ ਕਿ ਜੂਨ 2025 ਤੱਕ ਜਿਹੜੇ ਹੁਣ 4 ਬਜਟ ਆਉਣ ਵਾਲੇ ਆ ਉਹਨੂੰ ਐਨਡੀਪੀ ਪਾਸ ਕਰ ਦੇਊਗੀ। ਹਾਲਾਂਕਿ ਕਿਸੇ ਵੀ ਗੱਲ ਦੇ ਉੱਤੇ ਉਹ ਆਪਣੀ ਸਪੋਰਟ ਅਜੇ ਵੀ ਖਿੱਚ ਸਕਦੇ ਆ, ਇਹ ਉਹਨਾਂ ਕੋਲੇ ਰਾਈਟ ਅਜੇ ਵੀ ਹੈਗਾ, ਪਰ ਫਿਰ ਵੀ ਇੱਕ ਸਟੇਬਿਲਿਟੀ ਸਰਕਾਰ ਨੂੰ ਮਿਲ ਗਈ ਆ। ਇਹ ਸਟੇਬਿਲਿਟੀ ਤੋਂ 3 ਫੈਕਟਰ ਦੇਖਣ ਵਾਲੇ ਜਿਹੜੇ ਕ੍ਰਿਟਿਕ ਦੇਖ ਰਹੇ ਆ ਕਿ ਉਹਨਾਂ 3 ਫੈਕਟਰ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਕੈਨੇਡੀਅਨਸ ਨੂੰ ਕੀ ਫਾਇਦਾ ਹੋ ਰਿਹਾ ਇਹਦੇ ਵਿੱਚੋਂ। ਦੂਜੀ ਗੱਲ, ਇਹਨਾਂ ਦੋਵਾਂ ਪਾਰਟੀਆਂ 'ਚੋਂ ਕਿਹੜੀ ਪਾਰਟੀ ਜ਼ਿਆਦਾ ਖੱਟਦੀ ਹੈ, ਕਿਉਂਕਿ ਜਦੋਂ ਅਗਲੀ ਇਲੈਕਸ਼ਨ ਆਉਣੀ ਆ ਉਸ ਵੇਲੇ ਫਿਰ ਸਿੱਧੀ ਗੱਲਬਾਤ ਜਿਹੜੀ ਆ ਦੋਵਾਂ ਪਾਰਟੀਆਂ ਦੇ ਵਿੱਚ, ਇਹ ਸਾਰੇ ਕੁਛ ਦੇ ਵਿੱਚੋਂ ਕੌਣ ਕਿੰਨਾ ਕੁ ਖੱਟ ਗਿਆ ਤੇ ਆਪਣੇ ਆਪਣੇ ਪਲੇਟਫਾਰਮ ਨੂੰ ਪੂਰਾ ਕਰਨ ਦੇ ਲਈ ਕਿਹੜੀ ਪਾਰਟੀ ਨੇ ਜ਼ਿਆਦਾ ਯਤਨ ਕੀਤਾ, ਇਹ ਸਵਾਲ ਸਾਡੇ ਸਾਹਮਣੇ ਰਹੂਗਾ। ਕੱਲ੍ਹ ਤੁਹਾਡੇ ਨਾਲ ਆਪਾਂ ਇੱਕ ਗੱਲਬਾਤ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਮਹਿੰਗਾਈ ਵੱਧ ਸਕਦੀ ਹੈ, ਤੇ ਮਹਿੰਗਾਈ ਦਾ ਕਾਰਨ ਦੱਸਿਆ ਸੀ ਕਿ ਰੇਲਾਂ ਦੀ ਹੜਤਾਲ ਹੋ ਗਈ ਆ। ਰੇਲ ਦੀ ਹੜਤਾਲ ਤੋਂ ਬਾਅਦ ਜਿੰਨਾ ਕੁਛ ਇੱਧਰੋਂ ਉੱਧਰੋਂ ਟਰਾਂਸਪੋਰਟੇਸ਼ਨ ਹੋਣਾ ਸੀ ਉਹ ਸਾਰਾ ਰੁਕ ਜਾਣਾ ਸੀ, ਇਸ ਗੱਲ ਦੀ ਸੰਭਾਵਨਾ ਸੀ। ਪਰ ਚੰਗੀ ਖਬਰ ਅੱਜ ਇਹ ਆ ਰਹੀ ਹੈ ਕਿ ਕੈਨੇਡੀਆ ਪੈਸੀਫਿਕ ਰੇਲਵੇ ਲਿਮਟਿਡ ਨੇ ਆਪਣਾ ਕੰਮਕਾਰ ਸ਼ੁਰੂ ਕਰ ਲਿਆ ਅੱਜ ਮੰਗਲਵਾਰ ਤੋਂ, ਔਰ ਇਹਨਾਂ ਦਾ ਜਿਹੜਾ ਲੇਬਰ ਡਿਸਪਿਊਟ ਸੀਗਾ ਉਹ ਯੂਨੀਅਨ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਤੇ ਦੂਜੇ ਪਾਸੇ ਜਿਹੜੀ ਸੀਗੇ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਪੈ ਗਿਆ ਕਿ ਹੁਣ ਇਹ ਗੱਲਬਾਤ ਠੀਕ ਹੋ ਸਕਦੀ ਆ, ਤੇ ਜਿਹੜੀ ਸਪਲਾਈ ਚੇਨ ਡਿਸਟਰਪਸ਼ਨ ਸੀਗੀ ਉਹ ਹੁਣ ਨਹੀਂ ਹੋਊਗੀ। ਸੋ ਇਹ ਇੱਕ ਬਹੁਤ ਚੰਗੀ ਖਬਰ। ਇਹਦੇ ਨਾਲ ਉਸ ਵੇਲੇ ਜਦੋਂ ਕੈਨੇਡਾ ਦੇ ਵਿੱਚ ਆਲਰੇਡੀ ਸਪਲਾਈ ਚੇਨ ਦਾ ਇਸ਼ੂ ਆਇਆ, ਸਮਾਨ ਪਹੁੰਚ ਹੀ ਨਹੀਂ ਰਿਹਾ, ਗਰੋਸਰੀ ਸਟੋਰ ਦੇ ਵਿੱਚ ਜਾ ਕੇ ਤੁਸੀਂ ਨਿਗਾਹ ਮਾਰੋ, ਬਹੁਤ ਸਾਰੀਆਂ ਸ਼ੈਲਫਸ ਖਾਲੀ ਪਈਆਂ, ਸਮਾਨ ਹੈ ਨਹੀਂ, ਪਿੱਛੋਂ ਆ ਨਹੀਂ ਰਿਹਾ ਕੋਈ ਵੀ ਸਮਾਨ, ਜਿਹੜਾ ਕਿਸੇ ਗੱਲ ਦਾ ਵੀ ਉਹ ਨਹੀਂ ਉਹਦੀ ਸਪਲਾਈ ਪੂਰੀ ਹੋ ਰਹੀ। ਉਸ ਵੇਲੇ ਇਸ ਰੇਲਵੇ ਦਾ ਹੜਤਾਲ ਦੇ ਉੱਤੇ ਜਾਣਾ ਬਹੁਤ ਔਖੀ ਗੱਲ ਸੀ। ਔਰ ਜਿੱਦਾਂ ਜਿੱਦਾਂ ਇਹ ਕਨਫਲਿਕਟ ਵੱਧ ਰਿਹਾ ਸੀ, ਸਸਕਾਚਵਨ ਦੇ ਪ੍ਰੀਮੀਅਰ ਨੇ ਕਿਹਾ ਸੀ, ਸਕਾਟ ਮੋ ਨੇ, ਕਿ ਇਹਨਾਂ ਦੇ ਲਈ ਲੈਜਿਸਲੇਸ਼ਨ ਲੈ ਕੇ ਆਵੇ, ਫੈਡਰਲ ਸਰਕਾਰ ਨੂੰ ਲਿਆਉਣਾ ਚਾਹੀਦਾ ਕਿ ਇੱਕ ਲੈਜਿਸਲੇਸ਼ਨ ਲਿਆ ਕੇ ਇਹਨਾਂ ਨੂੰ ਐਸੈਂਸ਼ੀਅਲ ਵਰਕਰਸ 'ਚ ਪਾ ਕੇ ਤੇ ਇਹਨਾਂ ਨੂੰ ਹੜਤਾਲ 'ਤੇ ਜਾਣ ਤੋਂ ਹੀ ਰੋਕ ਦਿੱਤਾ ਜਾਵੇ। ਉਹਦੇ ਨਾਲ ਦੂਜੇ ਪਾਸਿਓਂ ਵੀ ਕਾਫੀ ਤਲਖ ਜਿਹੜਾ ਗੱਲਬਾਤ ਸਾਹਮਣੇ ਆ ਰਹੀ ਸੀ, ਤੇ ਇਹ ਜ਼ਿਆਦਾ ਲੰਬੀ ਗੱਲਬਾਤ ਜਾ ਸਕਦੀ ਸੀ, ਪਰ ਹੁਣ ਇਹਦੇ ਤੋਂ ਬਚਾਅ ਹੋ ਗਿਆ। ਕੈਨੇਡਾ ਜਿਹੜਾ ਦੁਨੀਆ ਦਾ ਪੋਟਾਸ਼ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਪ੍ਰੋਡਿਊਸਰ ਆ, ਉਹ ਇੰਗਰੀਡੀਐਂਟ ਪੋਟਾਸ਼ ਪੈਂਦਾ ਖਾਦ ਦੇ ਵਿੱਚ, ਜਿਹੜੀ ਨਾਈਟ੍ਰੋਜਨ ਹੁੰਦੀ ਫਰਟੀਲਾਈਜ਼ਰ ਉਹਦੇ ਵਿੱਚ ਪੈਂਦਾ ਆ, ਤੇ ਉਹਦੇ ਤੋਂ ਬਾਅਦ ਜਿਹੜੇ ਦੂਜੇ ਪ੍ਰੋਡਿਊਸਰ ਹੈਗੇ ਉਹ ਰਸ਼ੀਆ ਤੇ ਬੈਲਾਰੂਸ ਆ। ਸੋ ਜੇ ਇਸ ਵੇਲੇ ਇਹ ਚੀਜ਼ ਰੁਕ ਜਾਂਦੀ ਤਾਂ ਇਹਦੇ ਨਾਲ ਕਾਫੀ ਗੱਲਬਾਤ ਜਿਹੜੀ ਖਰਾਬ ਹੋ ਜਾਣੀ ਸੀ। ਸੋ ਇਹ ਜਿਹੜੀ ਹੁਣ ਇਸ ਮਾਮਲੇ ਦੇ ਵਿੱਚ ਅੰਪਲੋਇਰ, ਦੂਜੇ ਪਾਸੇ ਯੂਨੀਅਨ, ਉਹਨਾਂ ਦੋਵਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਗੱਲਬਾਤ ਹੋਊਗੀ, ਤੇ ਫਿਰ ਆਖਰ ਦੇ ਵਿੱਚ ਇੱਕ ਫੈਸਲਾ ਲਿਆ ਜਾਊਗਾ ਕਿ ਕਿਹੜੀ ਕਿਹੜੀ ਮੰਗ ਮੰਨਣੀ ਹੈ ਤੇ ਕਿਹੜੀ ਕਿਹੜੀ ਨਹੀਂ ਮੰਗਣੀ। ਪਰ ਜਿੰਨਾ ਚਿਰ ਨੈਗੋਸ਼ੀਏਸ਼ਨ ਚੱਲ ਰਹੀ ਹੈ ਉਹਨਾਂ ਚਿਰ ਕੰਮਕਾਰ ਚੱਲਦਾ ਰਹੂਗਾ, ਤੇ ਨਾਰਮਲ ਆਪਰੇਸ਼ਨ ਜਿਹੜੇ ਆ ਇਸ ਪੀਰੀਅਡ ਦੇ ਵਿੱਚ ਚੱਲਦੇ ਰਹਿਣਗੇ। ਇਹ ਇੱਕ ਚੰਗੀ, ਕਿਉਂਕਿ ਜਿਹੜਾ ਐਗਰੀਮੈਂਟ ਦਾ ਜਿਹੜਾ ਅਸਰ ਆ ਉਹ ਰੇਲ ਸੈਕਟਰ ਜਾਂ ਦੂਜੀਆਂ ਇੰਡਸਟਰੀ ਦੇ ਉੱਤੇ ਨਹੀਂ ਹੋਣਾ। ਇਹ ਕਾਰਾਂ ਤੋਂ ਲੈ ਕੇ ਕੋਲੇ ਤੱਕ ਹਰ ਚੀਜ਼ ਇੱਥੋਂ ਟਰਾਂਸਪੋਰਟ ਹੋ ਰਹੀ ਹੈ, ਤੇ ਉਹਦੇ ਉੱਤੇ ਅਸਰ ਪੈਣਾ ਆ। ਭਾਵੇਂ ਉਹ ਕਹਿੰਦੇ ਜਿਹੜੀ ਬਹੁਤ ਥੋੜ੍ਹੇ ਸਮੇਂ ਦੇ ਲਈ ਵੀ ਇਹ ਸਟ੍ਰਾਈਕ ਸੀਗੀ, ਇਹ ਬਹੁਤ ਮਹਿੰਗੀ ਪੈਂਦੀ ਆ ਅੰਪਲੋਇਰ ਨੂੰ ਵੀ, ਸਰਕਾਰਾਂ ਨੂੰ ਵੀ, ਤੇ ਲੋਕਾਂ ਨੂੰ ਵੀ ਇਹ ਕਾਫੀ ਮਹਿੰਗੀ ਪੈਂਦੀ ਆ। ਸੋ ਹੁਣ ਇਸ ਗੱਲਬਾਤ ਦੇ ਨਾਲ ਕਿ ਕਿਉਂਕਿ ਕੈਨੇਡਾ ਬਹੁਤ ਜ਼ਿਆਦਾ ਡਿਪੈਂਡ ਕਰਦਾ ਰੇਲ ਦੇ ਉੱਤੇ ਆਪਣੀਆਂ ਕਮੋਡਿਟੀਜ਼ ਤੇ ਜਿਹੜੀਆਂ ਮੈਨੂਫੈਕਚਰਡ ਗੁੱਡਸ ਆ ਉਹਨਾਂ ਨੂੰ ਪੋਰਟ ਤੱਕ ਪਹੁੰਚਾਉਣ ਦੇ ਲਈ। ਸੀਪੀ ਨੈਟਵਰਕ ਜਿਹੜਾ ਆ ਉਹ ਸਦਰਨ ਕੈਨੇਡਾ ਤੋਂ ਲੈ ਕੇ ਉਹ ਸਾਊਥ ਤੱਕ, ਤੇ ਜਿਹੜਾ ਕੈਂਸਸ ਸਿਟੀ ਯੂਨਾਈਟਿਡ ਸਟੇਟਸ ਦੇ ਵਿੱਚ ਉਹਦੇ ਤੱਕ ਜਾਂਦਾ ਆ, ਜਿਹੜਾ ਦੇਸ਼ ਦਾ ਇੱਕ ਜਿਹੜਾ ਲਾਰਜੈਸਟ ਰੇਲਵੇ ਨੈਟਵਰਕ ਆ। ਤੁਹਾਨੂੰ ਯਾਦ ਹੋਊਗਾ 2019 ਦੇ ਵਿੱਚ 8 ਦਿਨ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਦੀ ਸਟ੍ਰਾਈਕ ਸੀਗੀ, 8 ਦਿਨ ਇਹ ਚੱਲੀ ਸੀ, ਤੇ ਉਹਨੇ ਸਾਰਾ ਕੁਝ ਹਿਲਾ ਕੇ ਰੱਖ ਦਿੱਤਾ ਸੀ। ਪਰ ਹੁਣ ਚੰਗੀ ਖਬਰ ਇਹ ਆ ਰਹੀ ਹੈ ਕਿ ਇਹ ਮਾਮਲਾ ਇੱਥੇ ਹੀ ਨਿਬੜ ਤਾਂ ਨਹੀਂ ਗਿਆ, ਪਰ ਨਿਬੜਨ ਵਾਲੇ ਰਸਤੇ ਜ਼ਰੂਰ ਪੈ ਗਿਆ। ਤੇ ਜਿੰਨਾ ਚਿਰ ਇਹ ਜਿਹੜੀ ਆ ਨੈਗੋਸ਼ੀਏਸ਼ਨ ਚੱਲੂਗੀ ਉਹਨਾਂ ਚਿਰ ਰੇਲਾਂ ਚੱਲਦੀਆਂ ਰਹਿਣਗੀਆਂ ਤੇ ਲੋਕਾਂ ਦੇ ਉੱਤੇ ਮਾੜਾ ਅਸਰ ਨਹੀਂ ਪਊਗਾ। ਰੋਜ਼ ਹੀ ਆਪਾਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਰੂਸ ਯੂਕਰੇਨ ਦੇ ਮਾਮਲੇ ਦੀ। ਕੋਈ ਵੀ ਦਿਨ ਇੱਦਾਂ ਦਾ ਨਹੀਂ ਹੁੰਦਾ ਜਿੱਦਣ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਪ੍ਰਮੁੱਖ ਨਾ ਹੋਵੇ, ਖਬਰ ਸੁਰਖੀ ਨਾ ਹੋਵੇ, ਕਿਉਂਕਿ ਇਹਨੂੰ ਤੀਜਾ ਵਿਸ਼ਵ ਯੁੱਧ ਮੰਨਿਆ ਜਾ ਰਿਹਾ ਕਿ ਇਹ ਸਾਰਾ ਕੁਝ ਵਿਸ਼ਵ ਯੁੱਧ ਵਾਲੇ ਪਾਸੇ ਨੂੰ ਜਾ ਰਿਹਾ। ਵਿਸ਼ਵ ਯੁੱਧ ਵਾਲੇ ਪਾਸੇ ਨੂੰ ਕਿਉਂ ਜਾ ਰਿਹਾ?
ਇਹ ਗੱਲ ਬੜੀ ਸਪਸ਼ਟ ਆ ਕਿ ਅਮਰੀਕਾ ਯੂਕਰੇਨ ਦੇ ਪਿੱਛੇ ਖੜਾ, ਨੈਟੋ ਯੂਕਰੇਨ ਦੇ ਪਿੱਛੇ ਖੜੇ ਆ, ਤਾਂ ਰੂਸ ਦੂਜੇ ਪਾਸੇ ਖੜਾ। ਚੀਨ ਕਿਤੇ ਨਾ ਕਿਤੇ ਰੂਸ ਦੇ ਨਾਲ ਥੋੜ੍ਹੀ ਬਹੁਤੀ ਸਹਿਮਤੀ ਰੱਖਦਾ, ਪਰ ਖੁੱਲ੍ਹ ਕੇ ਨਹੀਂ। ਹੁਣ ਰਸ਼ੀਆ ਜਿਹੜਾ ਆ ਉਹ ਸਿੱਧਾ ਅਮਰੀਕਾ ਦੇ ਵੱਲੋਂ ਹੋ ਗਿਆ। ਆਪਸ ਦੇ ਵਿੱਚ ਦੋਵੇਂ ਸਿੱਧੇ ਇਹਨਾਂ ਦੇ ਟਕਰਾਅ ਆ ਸਕਦੇ। ਉਹਦਾ ਕਾਰਨ ਇਹ ਆ, ਔਰ ਇਹ ਜਿਹੜੀ ਚਿੰਤਾ ਆ ਇਹ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਅੱਜ ਸਾਂਝੀ ਕੀਤੀ ਆ ਕਿ ਲਗਾਤਾਰ ਯੂਕਰੇਨ ਦੇ ਵਿੱਚ ਉਹ ਜਾ ਕੇ ਉਹਨਾਂ ਦਾ ਜਿਹੜਾ ਮੈਰੀਉਪੋਲ ਸਿਟੀ ਆ ਉਹਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਵਾਸ਼ਿੰਗਟਨ ਦੀ ਵਾਰਨਿੰਗ ਦੇ ਬਾਵਜੂਦ ਉੱਥੇ ਜਾ ਕੇ ਤਬਾਹੀ ਮਚਾਈ ਆ, ਉਹ ਹੁਣ ਲੱਗਦਾ ਕਿ ਰਾਸ਼ਟਰਪਤੀ ਜੋ ਬਾਈਡਨ ਕਹਿੰਦੇ ਆ ਕਿ ਵਲਾਦੀਮੀਰ ਪੁਤਿਨ ਫਰਸਟ੍ਰੇਟ ਹੋ ਚੁੱਕਾ, ਕਿਉਂਕਿ 26 ਦਿਨ ਦੇ ਵਿੱਚ ਉਹਨਾਂ ਦੇ ਕੋਲੋਂ ਕੁਝ ਨਹੀਂ ਹੋਇਆ ਜਿਹੜੀ ਸਕੀਮ ਦੇ ਨਾਲ ਉਹ ਆਏ ਸੀ। ਹੁਣ ਫਰਸਟ੍ਰੇਸ਼ਨ ਦੇ ਵਿੱਚ ਉਹ ਕੁਝ ਵੀ ਕਰ ਸਕਦਾ, ਤੇ ਜਿਹੜਾ ਕੁਝ ਵੀ ਕਰਨ ਦੇ ਮਾਮਲੇ ਦੇ ਵਿੱਚ ਦੋ ਗੱਲਾਂ ਦੱਸੀਆਂ ਉਹਨਾਂ ਨੇ ਕਿ ਜਿਹੜੇ ਕੈਮੀਕਲ ਜਾਂ ਬਾਇਓਲੋਜੀਕਲ ਵੈਪਨ ਆ ਉਹ ਯੂਜ਼ ਕਰ ਸਕਦਾ ਹੈ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਹੜਾ ਸ਼ਬਦ ਵਰਤਿਆ ਕੱਲ੍ਹ ਸੋਮਵਾਰ, ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਉਹਦਾ ਜਿਹੜਾ ਪੁਤਿਨ ਬੈਕ ਇਜ਼ ਅਗੇਂਸਟ ਦ ਬਾਲ, ਕਿ ਉਹ ਇਸ ਤਰੀਕੇ ਦੀ ਸਿਚੁਏਸ਼ਨ ਦੇ ਵਿੱਚ ਆ ਗਿਆ ਕਿ ਉਹਦੇ ਕੋਲ ਪਿੱਛੇ ਰਸਤਾ ਕੋਈ ਨਹੀਂ ਹੈ। ਤੇ ਹੁਣ ਉਹ ਨਾ ਯੂਕਰੇਨ ਨੂੰ ਜਿੱਤ ਰਿਹਾ ਤੇ ਨਾਲ ਉਹ ਪਿੱਛੇ ਹਟਣ ਦੀ ਗੱਲਬਾਤ ਕਰ ਰਿਹਾ, ਤੇ ਕਰੂਗਾ ਉਹ ਇਹੀ ਹੁਣ ਕੈਮੀਕਲ ਜਾਂ ਬਾਇਓਲੋਜੀਕਲ ਵੈਪਨਸ ਯੂਜ਼ ਕਰੂਗਾ। ਉਹਦਾ ਕਾਰਨ ਜਾਂ ਉਹਦੇ ਪਿੱਛੇ ਜਿਹੜਾ ਲੌਜਿਕ ਇਹ ਦਿੱਤਾ ਜਾ ਰਿਹਾ, ਰਾਸ਼ਟਰਪਤੀ ਜੋ ਬਾਈਡਨ ਨੇ ਵੀ ਇਹ ਗੱਲ ਕਹੀ ਆ ਕਿ ਕੁਛ ਦਿਨ ਪਹਿਲਾਂ ਵਲਾਦੀਮੀਰ ਪੁਤਿਨ ਨੇ ਅਮਰੀਕਾ ਦੇ ਉੱਤੇ ਦੋਸ਼ ਲਾਇਆ ਸੀ ਕਿ ਅਮਰੀਕਾ ਨੇ ਯੂਕਰੇਨ ਦੇ ਵਿੱਚ ਬਾਇਓਲੋਜੀਕਲ ਤੇ ਕੈਮੀਕਲ ਵੈਪਨਸ ਜਿਹੜੇ ਯੂਜ਼ ਕਰ ਰਿਹਾ, ਉੱਥੇ ਉਹਨਾਂ ਦੀ ਲੈਬੋਰਟਰੀਜ਼ ਜਾਂ ਉਹਦਾ ਅੱਡਾ ਇਹਨਾਂ ਦਾ ਹੈਗਾ ਉੱਥੇ। ਬਾਇਓਲੋਜੀਕਲ ਵੈਪਨਸ ਜਿਹੜੇ ਆਪਾਂ ਕਹਿੰਦੇ ਵਾਇਰਸ ਕਿਸੇ ਦੇਸ਼ ਦੇ ਵਿੱਚ ਛੱਡ ਦਿਓ, ਕੋਈ ਬਿਮਾਰੀ ਦੇ ਕੀਟਾਣੂ ਫੈਲਾ ਦਿਓ, ਕੁਛ ਹੋਰ ਇੱਦਾਂ ਦਾ ਕਰ ਦਿਓ ਜਿਹਦੇ ਨਾਲ ਸਾਰੇ ਲੋਕ ਮਰ ਜਾਣ, ਨੁਕਸਾਨ ਹੋ ਜਾਵੇ, ਬਾਇਓਲੋਜੀਕਲ ਵੈਪਨਸ ਜਿਹੜੇ ਜੈਵਿਕ ਹਥਿਆਰ ਆ ਉਹਨਾਂ ਨੂੰ ਕਿਹਾ ਜਾਂਦਾ। ਇਸੇ ਤਰ੍ਹਾਂ ਜਿਹੜੇ ਕੈਮੀਕਲਸ ਨੇ ਉਹਨਾਂ ਦੇ ਨਾਲ ਕੁਛ ਨਾ ਕੁਛ, ਮਤਲਬ ਜਿਹੜੀ ਸਿੱਧੀ ਲੜਾਈ ਗੋਲੀਆਂ ਦੀ ਆ, ਟੈਂਕਾਂ ਬੰਦੂਕਾਂ ਦੀ ਲੜਾਈ ਤੋਂ ਬਿਨਾਂ ਜਿਹੜੀ ਤਰੀਕੇ ਵਰਤੇ ਜਾਂਦੇ ਆ, ਉਹਨਾਂ ਦੇ ਵਿੱਚ ਦੋ ਤਿੰਨ ਤਰੀਕੇ ਬਹੁਤ ਜ਼ਿਆਦਾ ਨੇ, ਬਾਇਓਲੋਜੀਕਲ ਵੈਪਨਸ, ਕੈਮੀਕਲ ਵੈਪਨਸ, ਤੇ ਤੀਜਾ ਜਿਹੜਾ ਸਾਈਬਰ ਅਟੈਕ ਆ। ਹੁਣ ਰੂਸ ਨੇ ਆਪਣਾ ਬਚਾਅ ਪਹਿਲਾਂ ਹੀ ਰਸ਼ੀਆ ਨੇ ਇਸ ਗੱਲਬਾਤ ਦੇ ਵਿੱਚ ਕਰ ਲਿਆ ਕਿ ਅਮਰੀਕਾ ਦੇ ਅੱਡੇ ਯੂਕਰੇਨ ਦੇ ਵਿੱਚ ਆ ਬਾਇਓਲੋਜੀਕਲ ਤੇ ਕੈਮੀਕਲ ਵੈਪਨਸ ਦੇ, ਇਹਨਾਂ ਹਥਿਆਰਾਂ ਦੇ, ਤੇ ਵਰਤੂਗਾ ਉਹ, ਕਿਉਂਕਿ ਰਾਸ਼ਟਰਪਤੀ ਜੋ ਬਾਈਡਨ ਨੇ ਇਹ ਗੱਲਬਾਤ ਕਹੀ ਆ ਕਿ ਇਹ ਕਲੀਅਰ ਸਾਈਨ ਆ ਇਸ ਗੱਲ ਦਾ ਕਿ ਉਹ ਦੋਵਾਂ ਨੂੰ ਵਰਤਣ ਬਾਰੇ ਸੋਚ ਰਿਹਾ, ਇਹਨਾਂ ਦੋਵਾਂ ਚੀਜ਼ਾਂ ਨੂੰ। ਸੋ ਇਸ ਵੇਲੇ US ਰਸ਼ੀਆ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਸਾਹਮਣੇ ਨੇ। ਔਰ ਹੁਣ ਦੂਜੀ ਖਤਰਨਾਕ ਗੱਲ ਕੀ ਹੋ ਸਕਦੀ ਆ ਕਿ ਜਿਹੜਾ ਰਸ਼ੀਅਨ ਨੇ ਉਹ US ਦੇ ਵਿੱਚ ਸਾਈਬਰ ਅਟੈਕ ਕਰ ਸਕਦੇ ਆ, ਇੱਥੇ ਅਮਰੀਕਾ ਦੇ ਵਿੱਚ, ਅਮਰੀਕਨ ਸੋਇਲ ਦੇ ਉੱਤੇ, ਇਨਫਰਾਸਟ੍ਰਕਚਰ ਦੇ ਉੱਤੇ, ਕੰਪਨੀਜ਼ ਦੇ ਉੱਤੇ। ਤੁਹਾਨੂੰ ਪਤਾ ਕਿ ਪਹਿਲਾਂ ਵੀ ਕਈ ਕੰਪਨੀਜ਼ ਦੇ ਉੱਤੇ ਸਾਈਬਰ ਅਟੈਕ ਅਮਰੀਕਾ ਦੇ ਵਿੱਚ ਪਿਛਲੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੋਏ ਆ, ਤੇ ਉਹਦੇ ਵਿੱਚ ਕਈ ਕੇਸਿਸ ਦੇ ਵਿੱਚ ਇਹ ਅਮਰੀਕਾ ਨੂੰ ਜਿਹੜੇ ਸਾਈਬਰ ਅਟੈਕ, ਮਤਲਬ ਕਿ ਉਸ ਕੰਪਨੀ ਦੇ ਕੰਪਿਊਟਰਸ ਨੂੰ ਆਪਣੇ ਕਾਬੂ ਵਿੱਚ ਕਰ ਲੈਣਾ। ਜਿਹੜੇ ਕੰਪਿਊਟਰ ਨਾਲ ਉਹ ਚੱਲਦੀ ਆ ਉਹਨੂੰ ਇੰਟਰਨੈਟ ਦੇ ਜ਼ਰੀਏ ਉਹਨਾਂ ਦੇ ਕੰਪਿਊਟਰ ਆਪਣੇ ਕਾਬੂ ਵਿੱਚ ਕਰ ਲੈਂਦੇ ਆ, ਤੇ ਫਿਰ ਇਹ ਕਹਿੰਦੇ ਕਿ ਜੇ ਤੁਸੀਂ ਇਹਦਾ ਕੰਟਰੋਲ ਵਾਪਸ ਚਾਹੁੰਦੇ ਆ ਤਾਂ ਸਾਡੇ ਕੋਲ ਸਾਨੂੰ ਇੰਨੀ ਮਨੀ ਦਿਓ, ਤੇ ਉਹ ਮਨੀ ਅਮਰੀਕਾ ਪਿੱਛੇ ਜੇ ਦੇ ਕੇ ਛੁੱਟਿਆ ਕਈ ਕੇਸਿਸ ਦੇ ਵਿੱਚ। ਤੇ ਇਹ ਨਹੀਂ ਕਿਹਾ ਗਿਆ ਕਿ ਉਹ ਅਟੈਕ ਕਿਹਨੇ ਕੀਤੇ ਸੀ, ਪਰ ਜਿਨ੍ਹਾਂ ਨੇ ਉਹ ਅਟੈਕ ਕੀਤੇ ਸੀ ਉਹ ਰਸ਼ੀਆ ਦੀ ਜ਼ੁਬਾਨ ਬੋਲਦੇ ਸੀ, ਰਸ਼ੀਅਨ ਬੋਲਣ ਵਾਲੇ ਉਹ ਲੋਕ ਦੱਸੇ ਜਾਂਦੇ ਆ। ਸੋ ਇਸ ਮਾਮਲੇ ਦੇ ਵਿੱਚ ਪਹਿਲਾਂ ਵੀ ਰਸ਼ੀਆ ਮਸ਼ਹੂਰ ਆ ਕਿ ਇਹ ਸਾਈਬਰ ਅਟੈਕ ਕਰ ਸਕਦਾ ਜਾਂ ਦੁਨੀਆ ਨੂੰ, ਕੰਪਿਊਟਰਸ ਨੂੰ ਆਪਣੇ ਕੰਟਰੋਲ ਦੇ ਕਰਨ ਦੇ ਵਿੱਚ ਮਾਹਰ ਆ। ਤੇ ਹੁਣ ਸਿੱਧਾ ਖਤਰਾ ਇਹ ਪੈਦਾ ਹੋ ਗਿਆ ਕਿ ਰੂਸ ਯੂਕਰੇਨ ਦੇ ਨਾਲ ਲੜਾਈ ਤਾਂ ਲੜ ਹੀ ਰਿਹਾ, ਪਰ ਅਮਰੀਕਨ ਸੋਇਲ ਦੇ ਉੱਤੇ ਇਹਨਾਂ ਦੀਆਂ ਕੰਪਨੀਆਂ ਨੂੰ ਜਾਂ ਇਹਨਾਂ ਦੇ ਹੋਰ ਇੰਸਟੀਟਿਊਸ਼ਨ ਨੂੰ, ਉਹਨਾਂ ਦੇ ਉੱਤੇ ਵੀ ਸਾਈਬਰ ਅਟੈਕ ਹੋ ਸਕਦੇ ਆ। ਮਾਸਕੋ ਨੇ ਅਜੇ ਤੱਕ ਕੋਈ ਸਾਈਨ ਨਹੀਂ ਇੱਦਾਂ ਦਾ ਦਿੱਤਾ ਵੀ ਉਹ ਵਾਪਸ ਚਲੇ ਜਾਣਗੇ। ਉੱਥੋਂ ਦੇ ਫੋਰਨ ਮਿਨਿਸਟਰ ਜਿਹੜੇ ਆ ਉਹਨਾਂ ਨੇ TV ਦੇ ਉੱਤੇ ਦੱਸਿਆ ਕਿ ਅਸੀਂ ਪਿੱਛੇ ਨਹੀਂ ਮੁੜ ਰਹੇ, ਤੇ ਜ਼ਿੰਮੇਵਾਰੀ ਉਹ ਸਾਰੀ ਇਹਦੇ ਕੌਨਸੀਕੁਐਂਸਿਸ ਜਿਹੜੇ ਆ ਵਾਸ਼ਿੰਗਟਨ ਦੇ ਉੱਤੇ ਪਾ ਰਹੇ ਆ ਕਿ ਇਹੀ ਇਹ ਸਾਰੇ ਕੁਛ ਦੇ ਲਈ ਜ਼ਿੰਮੇਵਾਰ ਆ। ਸੋ ਹੁਣ ਕੀ ਇਸ ਮਾਮਲੇ ਦੇ ਵਿੱਚ ਉਹ ਅੱਗੇ ਜਾ ਕੇ ਕਰਦੇ ਆ, ਤੇ ਮੈਰੀਉਪੋਲ ਦੇ ਵਿੱਚ ਜੋ ਕੁਛ ਉੱਥੇ ਕੀਤਾ ਆ, ਪ੍ਰੈਜ਼ੀਡੈਂਟ ਵਲਾਦੀਮੀਰ ਜ਼ੈਲੈਂਸਕੀ ਕਹਿ ਰਹੇ ਆ ਕਿ ਇਹ ਬਹੁਤ ਖੌਫਨਾਕ ਆ, ਵੀ ਉਹਨੂੰ ਰਿਡਿਊਸ ਟੂ ਐਸ਼ਸ, ਤਬਾਹ ਕਰ ਦਿੱਤਾ ਉਹਨੂੰ। 90% ਬਿਲਡਿੰਗਸ ਉਸ ਸ਼ਹਿਰ ਦੀਆਂ ਤਬਾਹ ਕਰ ਦਿੱਤੀਆਂ ਇਹਨਾਂ ਨੇ, ਰਸ਼ੀਆ ਨੇ ਅਟੈਕ ਕਰਕੇ। ਹੁਣ ਜਿਹੜੇ ਵਲਾਦੀਮੀਰ ਜ਼ੈਲੈਂਸਕੀ ਨੇ ਯੂਕਰੇਨ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਨੈਟੋ ਨੂੰ ਵੀ ਸਿੱਧਾ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਸਾਨੂੰ ਸਾਫ਼ ਸ਼ਬਦਾਂ ਦੇ ਵਿੱਚ ਦੱਸੋ ਤੁਸੀਂ ਸਾਨੂੰ ਆਪਣੇ ਨਾਲ ਰਲਾਉਂਦੇ ਆ ਕਿ ਨਹੀਂ। ਔਰ ਇੱਕ ਵਿਅੰਗ ਕਰਦੇ ਉਹਨਾਂ ਨੇ, ਕਿਉਂਕਿ ਰੋਜ਼ ਹੀ ਉਹ ਕਿਸੇ ਨਾ ਕਿਸੇ ਦੇਸ਼ ਦੀ ਜਿਹੜੀ ਉੱਥੋਂ ਦੀ ਪਾਰਲੀਮੈਂਟ ਆ ਉਹਨੂੰ ਸੰਬੋਧਨ ਕਰਦੇ ਆ, ਤੇ ਉਹਨਾਂ ਨੇ ਸਿੱਧਾ ਕਿਹਾ ਕਿ ਅਸਲ ਦੇ ਵਿੱਚ ਨੈਟੋ ਜਿਹੜਾ ਆ ਉਹ ਰਸ਼ੀਆ ਤੋਂ ਡਰਦਾ ਆ। ਇਹ ਡਰਦਾ ਇਹ ਨਹੀਂ ਕਹਿ ਰਿਹਾ ਕਿ ਅਸੀਂ ਤੁਹਾਨੂੰ ਨਾਲ ਰਲਾ ਰਹੇ ਹਾਂ ਜਾਂ ਸਾਨੂੰ ਨਾਲ ਆਪਣੇ ਵਿੱਚ ਸ਼ਾਮਲ ਨਹੀਂ ਕਰਦੇ। ਔਰ ਯੂਕਰੇਨ ਇਸ ਵੇਲੇ ਜਿਹੜੇ ਮੋੜ ਦੇ ਉੱਤੇ ਖੜਾ ਹੈ, ਪਤਾ ਹੀ ਹੈ ਸਾਨੂੰ ਸਾਰਿਆਂ ਨੂੰ। ਔਰ ਕੱਲ੍ਹ ਵੀ ਆਪਾਂ ਗੱਲਬਾਤ ਕੀਤੀ ਸੀ ਕਿ
ਵਲਾਦੀਮੀਰ ਜ਼ੈਲੈਂਸਕੀ ਉੱਥੇ ਦਾ ਪ੍ਰੈਜ਼ੀਡੈਂਟ ਜਿਸ ਦ੍ਰਿੜਤਾ ਦੇ ਨਾਲ ਰੂਸ ਦੇ ਨਾਲ ਲੜ ਰਿਹਾ, ਔਰ ਉਹਨੇ ਜਿਸ ਜੁਰਤ ਦੇ ਨਾਲ ਅਮਰੀਕਾ ਨੂੰ ਜਵਾਬ ਦਿੱਤਾ ਸੀ ਕਿ ਮੈਨੂੰ ਕੱਢਣ ਦੇ ਲਈ ਜਹਾਜ਼ ਨਾ ਭੇਜੋ, ਮੈਨੂੰ ਅਸਲਾ ਦਿਓ, ਮੈਨੂੰ ਹਥਿਆਰ ਦਿਓ, ਮੈਂ ਰੂਸ ਦੇ ਨਾਲ ਲੜਨਾ ਆ, ਮੈਂ ਬਚ ਕੇ ਬਾਹਰ ਨਹੀਂ ਜਾਣਾ ਚਾਹੁੰਦਾ, ਮੈਂ ਲੜਨਾ ਚਾਹੁੰਦਾ ਇੱਥੇ। ਅਤੇ ਉਹ ਅਜੇ ਤੱਕ 26 ਦਿਨ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਅਤੇ ਇਹ ਲੜਾਈ ਉਸੇ ਤਰ੍ਹਾਂ ਚੱਲ ਰਹੀ ਹੈ। ਬਹੁਤ ਸਾਰੇ ਸਿਵਿਲੀਅਨਸ ਜਿਹੜੇ ਉੱਥੋਂ ਮਾਰੇ ਜਾ ਰਹੇ ਆ। 33 ਲੱਖ ਦੇ ਕਰੀਬ 3.3 ਮਿਲੀਅਨ ਲੋਕ ਯੂਕਰੇਨ ਛੱਡ ਕੇ ਬਾਹਰ ਜਾ ਚੁੱਕੇ ਆ ਅਤੇ ਇਹ ਤਬਾਹੀ 27ਵੇਂ ਦਿਨ ਦੇ ਵਿੱਚ ਵੀ ਉਸੇ ਤਰ੍ਹਾਂ ਅਜੇ ਤੱਕ ਜਾਰੀ ਆ। ਅਤੇ ਦੱਸਿਆ ਇਹ ਜਾ ਰਿਹਾ ਕਿ ਜਿਹੜੇ ਪੁਤਨ ਸਰਕਾਰ ਦੇ ਸਮਰਥਕ ਕਹੇ ਜਾਣ ਵਾਲੇ ਨੇ, ਉਹ ਕੁਛ ਏਜੰਸੀ ਦੱਸ ਰਹੇ ਆ ਕਿ ਹੁਣ ਤੱਕ 10,000 ਰੂਸੀ ਸੈਨਿਕ ਮਾਰੇ ਜਾ ਚੁੱਕੇ ਆ। ਇਹਦੇ ਵਿੱਚ ਅਸਲ ਰਿਪੋਰਟ ਪਤਾ ਨਹੀਂ ਕਿੰਨੀਆਂ ਹੈ, ਪਰ ਦੱਸੀ ਜਾ ਰਹੀ ਹੈ ਕਿ 9861 ਸੈਨਿਕ ਮਾਰੇ ਜਾ ਚੁੱਕੇ ਆ, 16-17 ਦੇ ਕਰੀਬ ਜ਼ਖਮੀ ਹੋਏ ਆ। ਇਹ ਜਿੱਦਾਂ ਇਹ ਖਬਰ ਪਹਿਲਾਂ ਉਹ ਸੋਮਵਾਰ ਨੂੰ ਉਹਦੀ ਵੈਬਸਾਈਟ ਦੇ ਉੱਤੇ ਕੱਲ੍ਹ ਪਾਈ, ਅਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਖਬਰ ਹਟਾ ਦਿੱਤੀ। ਪਤਾ ਨਹੀਂ ਕਿਹੜਾ ਪ੍ਰੈਸ਼ਰ ਸੀ ਉਹਨਾਂ ਦੇ ਉੱਤੇ ਅਤੇ ਕੀ ਸੀਗਾ, ਪਰ ਐਡੀ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਜਿਹੜਾ ਉਹ ਬਹੁਤ ਵੱਡਾ ਹੋ ਰਿਹਾ। ਸੰਕਟ ਕਈ ਤਰ੍ਹਾਂ ਦੇ ਪੈਦਾ ਹੋ ਰਹੇ ਨੇ ਇਸ ਯੁੱਧ ਦੇ ਨਾਲ। ਯੂਰਪ ਦੇ ਵਿੱਚ ਜਿਹੜੇ ਰਿਫਿਊਜੀ ਸੰਕਟ ਆ, ਰਿਫਿਊਜੀਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਿਹੜੀ ਜਰਮਨ ਦੇ ਵਿਦੇਸ਼ ਮੰਤਰੀ ਨੇ ਯੂਰਪੀਅਨ ਯੂਨੀਅਨ ਨੂੰ 88 ਜਿਹੜੇ ਮਿਲੀਅਨ ਯੂਕਰੇਨੀ ਸ਼ਰਨਾਰਥੀ ਆ ਉਹਨਾਂ ਦੇ ਲਈ ਤਿਆਰ ਰਹਿਣ ਨੂੰ ਕਿਹਾ ਕਿ 8 ਮਿਲੀਅਨ ਇੱਥੇ ਆ ਸਕਦੇ ਆ। 3.3 ਮਿਲੀਅਨ ਪਹਿਲਾਂ ਜਾ ਚੁੱਕੇ ਆ। ਹੁਣ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਆਲੇ ਦੁਆਲੇ ਹੋ ਕੀ ਰਿਹਾ। ਖਾਰਕੀਵ ਦੇ ਵਿੱਚ ਰੂਸੀ ਹਮਲੇ 'ਚ ਲਗਭਗ 1000 ਦੇ ਕਰੀਬ ਬਿਲਡਿੰਗ ਜਿਹੜੀਆਂ ਤਬਾਹ ਹੋ ਗਈਆਂ। ਯੂਕਰੇਨੀ ਅਧਿਕਾਰੀ ਇਹ ਕਹਿ ਰਹੇ ਆ ਕਿ 500 ਤੋਂ ਜ਼ਿਆਦਾ ਲੋਕ ਇੱਥੇ ਮਾਰੇ ਜਾ ਚੁੱਕੇ ਆ। ਸੋ ਯੂਕਰੇਨ ਇਹ ਦਾਅਵਾ ਕਰ ਰਿਹਾ ਕਿ ਉਹਨਾਂ ਦੀ ਸੈਨਾ ਨੇ ਰੂਸ ਦੇ 500 ਦੇ ਕਰੀਬ ਟੈਂਕ, 1556 ਉਹਨਾਂ ਦੇ ਜਿਹੜੇ ਵਹੀਕਲਸ ਅਤੇ 252 ਆਰਟਿਲਰੀ ਸਿਸਟਮ ਤਬਾਹ ਕਰ ਦਿੱਤੇ ਆ। ਸੋ ਅੱਜ ਇਤਾਲਵੀ ਸੰਸਦ ਨੂੰ ਸੰਬੋਧਨ ਕੀਤਾ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ। ਉੱਥੇ ਵੀ ਉਹਨਾਂ ਨੇ ਆਪਣਾ ਦੁੱਖ ਦੱਸਿਆ ਅਤੇ ਦੱਸਿਆ ਵੀ ਕਿਹੜੀ ਹਾਲਤ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ। ਦੂਜੇ ਪਾਸੇ ਰੂਸ ਜਿਹੜਾ ਆ ਉਹ ਜਿਓਤੀਮੀਰ ਕਰੀਵੀ ਰੀ ਉਹਦੇ ਜਿਹੜੇ ਰਿਹਾਇਸ਼ੀ ਇਲਾਕੇ ਆ ਉਹਨਾਂ ਦੇ ਉੱਤੇ ਲਗਾਤਾਰ ਹਮਲੇ ਕਰ ਰਿਹਾ ਆ। ਅਤੇ ਹੁਣ ਲੜਾਈ ਜਿਹੜੀ ਆ ਰਸਾਇਣਿਕ ਹਥਿਆਰਾਂ ਦੀ ਅਤੇ ਜੈਵਿਕ ਹਥਿਆਰਾਂ ਦੀ ਸਿੱਧੀ ਹੋ ਸਕਦੀ ਆ। ਇਸ ਗੱਲ ਦਾ ਡਰ ਅਮਰੀਕਾ ਨੂੰ ਹੈਗਾ ਅਤੇ ਇਹ ਡਰ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਜਿਹੜੀ ਉਹਨਾਂ ਦੀ ਸ਼ੱਕ ਆ ਇਹਨੂੰ ਉਹਨਾਂ ਨੇ ਜ਼ਾਹਰ ਕੀਤਾ। ਚੀਨ ਦੀਆਂ ਫਲਾਈਟਾਂ ਦੀ ਖਬਰ ਕੱਲ੍ਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਚੀਨ ਦੀ ਉਹ ਫਲਾਈਟ ਦੇ ਵਿੱਚ ਜਿਹੜੀ ਡਿੱਗ ਪਈ ਉੱਥੇ ਜਿਹੜੀ 132 ਲੋਕ ਔਨ ਬੋਰਡ ਸੀਗੇ ਅਤੇ ਹੁਣ ਉਹਦੇ ਸਰਚ ਚੱਲ ਰਹੀ ਹੈ। ਸਰਚ ਆਪਰੇਸ਼ਨ ਚੱਲ ਰਿਹਾ ਵੀ ਇਹਨਾਂ ਨੂੰ ਕੀ ਹੋਇਆ ਜਾਂ ਕੋਈ ਉਹਦੇ ਵਿੱਚੋਂ ਕੁਛ ਵਿਸ਼ੇਸ਼ ਕਿਸੇ ਚੀਜ਼ ਨੂੰ ਲੱਭਿਆ ਜਾ ਸਕੇ ਤਾਂ ਦੱਸਦੇ ਆ ਕਿ 132 ਦੇ ਵਿੱਚੋਂ ਕਿਸੇ ਦਾ ਵੀ ਅਜੇ ਤੱਕ ਉੱਥੇ ਜਿਉਂਦੇ ਬਚਣ ਦੀ ਸੰਭਾਵਨਾ ਨਹੀਂ ਹੈ। ਮੰਗਲਵਾਰ ਨੂੰ ਬੋਇੰਗ 737-800 ਇੱਕ ਉਹਨੇ ਬਹੁਤ ਵੱਡੀ ਪਿੱਟ ਉੱਥੇ ਬਣਾ ਦਿੱਤੀ ਹੈ ਜਿੱਥੇ ਉਹ ਲੱਗਿਆ, ਜਿੱਥੇ ਉਹ ਡਿੱਗਿਆ। ਸੋਮਵਾਰ ਬਾਅਦ ਦੁਪਹਿਰ ਨੂੰ ਜਿਹੜੀ ਉੱਥੋਂ ਦੀ ਜਿਹੜੀ ਚੀਨ ਦੀ ਇੱਕ ਨਿਊਜ਼ ਏਜੰਸੀ ਹੈ, ਜਿਨੂਆ ਨਿਊਜ਼ ਏਜੰਸੀ, ਸਟੇਟ ਦੀ ਆਪਣੀ ਏਜੰਸੀ ਆ, ਉਹਦੀਆਂ ਖਬਰਾਂ ਇਹ ਦੱਸ ਰਹੀਆਂ ਕਿ ਸਾਰਾ ਕੁਛ ਉੱਥੋਂ ਲੱਭ ਰਿਹਾ। ਬਹੁਤ ਸਾਰੇ ਬਟੂਏ ਲੋਕਾਂ ਦੇ ਲੱਭ ਰਹੇ ਆ, ਪਰਸ ਲੱਭ ਰਹੇ ਆ, ID ਕਾਰਡ ਲੱਭ ਰਹੇ ਆ, ਉਹਦੇ ਬੋਇੰਗ ਏਅਰਕ੍ਰਾਫਟ ਦੇ ਟੁਕੜੇ ਲੱਭ ਰਹੇ ਆ, ਪਰ ਕਿਤਿਓਂ ਵੀ ਕੋਈ ਮਨੁੱਖੀ ਅਵਸ਼ੇਸ਼ ਜਾਂ ਉਹਦੀ ਰਹਿੰਦ ਖੂੰਹਦ ਦਾ ਪਤਾ ਨਹੀਂ ਲੱਗ ਰਿਹਾ। ਸੋ ਸਿੱਧੀ ਜੀ ਗੱਲ ਉਹਦੇ ਵਿੱਚ ਇਹ ਲੱਗ ਰਹੀ ਹੈ ਕਿ ਅਜੇ ਤੱਕ ਉੱਥੇ ਕਿਸੇ ਦੇ ਵੀ ਜਿਉਂਦੇ ਹੋਣ ਦੀ ਆਸ ਨਹੀਂ ਹੈ। ਕੋਈ ਵੀ ਸਰਵਾਈਵਰ ਦਾ ਸਾਈਨ ਉੱਥੇ ਨਹੀਂ ਦਿਸ ਰਿਹਾ। ਪਹਿਲਾ ਦਿਨ ਰਿਸਰਚ ਦਾ ਉੱਥੇ ਲੱਗਿਆ ਆ ਔਰ ਇਹ ਸਰਚ ਬਹੁਤ ਡੂੰਘੀ ਆ ਕਿਉਂਕਿ ਉਹ ਪਹਾੜ ਆ, ਪਹਾੜਾਂ ਦੇ ਥੱਲੇ ਜੰਗਲ ਆ, ਉੱਥੋਂ ਲੱਭਣਾ ਬਹੁਤ ਮੁਸ਼ਕਿਲ ਹੋਇਆ ਉਹਨਾਂ ਨੂੰ। ਚਾਈਨਾ ਈਸਟਰਨ ਦੀ ਫਲਾਈਟ ਜਿਹੜੀ ਕੁਮਿੰਗ ਤੋਂ ਸਾਊਥ ਵੈਸਟਰਨ ਪ੍ਰੋਵਿੰਸ ਜਿਹੜਾ ਯੂਨਾਨ ਦਾ ਹੈਗਾ, ਯੂਨਾਨ ਤੋਂ ਗੁਆਂਜ਼ੂ ਜਾ ਰਹੀ ਸੀ ਅਤੇ ਇਹ ਉਸ ਵੇਲੇ ਜਿਹੜੀ ਕ੍ਰੈਸ਼ ਹੋ ਗਈ ਹੈ। 9 ਕ੍ਰਿਊ ਮੈਂਬਰ ਸੀਗੇ, 123 ਉਹਦੇ ਵਿੱਚ ਪੈਸੰਜਰ ਸੀਗੇ ਅਤੇ ਜਿਹੜੀ ਡਾਟਾ ਜਿਹੜਾ ਫਲਾਈਟ ਟਰੈਕਿੰਗ ਵੈਬਸਾਈਟ ਆ ਉਹਦੇ ਤੋਂ ਸਾਰਾ ਕੁਛ ਪਤਾ ਲੱਗਦਾ ਕਿ ਕਿੱਥੇ ਤੱਕ ਉਹ ਗਈ ਹੈ ਅਤੇ ਕਿੱਥੇ ਜਾ ਕੇ ਉਹਦਾ ਸੰਪਰਕ ਇਹਦੇ ਉੱਤੋਂ ਟੁੱਟ ਗਿਆ। 600 ਦੇ ਕਰੀਬ ਫਾਇਰ ਫਾਈਟਰ ਚੀਨ ਨੇ ਉਸ ਥਾਂ ਦੇ ਉੱਤੇ ਜਿੱਥੇ ਜਹਾਜ਼ ਡਿੱਗਿਆ ਉੱਥੇ ਭੇਜਿਆ ਕਿ ਘੱਟੋ ਘੱਟ ਉੱਥੋਂ ਜਾ ਕੇ ਜਿਹੜਾ ਬਲੈਕ ਬਾਕਸ ਆ ਉਹਨੂੰ ਲੱਭ ਲਓ। ਉਹ ਬਲੈਕ ਬਾਕਸ ਦੇ ਵਿੱਚ ਸਾਰਾ ਡਾਟਾ ਆ ਕਿ ਉੱਥੇ ਕਿਹੜੀਆਂ ਆਖਰੀ ਗੱਲਾਂ ਹੋਈਆਂ ਜਾਂ ਕੀ ਵਾਪਰਿਆ, ਉਹ ਸਾਰੀ ਉਹਨੂੰ ਲੱਭਣ ਦੇ ਵਿੱਚ ਵੀ ਉੱਥੇ ਜਿਹੜੀ ਚਾਈਨਾ ਡੇਲੀ ਆ ਉਹਦੇ ਅਨੁਸਾਰ ਉਹਨੂੰ ਲੱਭਣ ਦੇ ਵਿੱਚ ਵੀ ਕਾਫੀ ਮੁਸ਼ਕਿਲ ਆ ਰਹੀ ਹੈ ਕਿ ਲੱਗਦਾ ਨਹੀਂ ਕਿ ਉਹਨੂੰ ਉਹ ਸੌਖਿਆਂ ਟਰੇਸ ਕਰ ਸਕਣਗੇ ਅਤੇ ਲੱਭ ਸਕਣਗੇ। ਸੋ ਪਲੇਨ ਦੇ ਬਲੈਕ ਬਾਕਸ ਦੇ ਲੱਭਣ ਤੋਂ ਬਾਅਦ ਹੀ ਅਸਲ ਗੱਲ ਸਾਹਮਣੇ ਆ ਸਕਦੀ ਹੈ ਕਿ ਕੀ ਇਹਦੇ ਵਿੱਚ ਕਾਰਨ ਸੀਗਾ, ਕਿਉਂ ਇਹ ਸੀਗਾ। ਅਤੇ ਹੁਣ ਇਹ ਵੀ ਗੱਲਬਾਤ ਵੀ ਇਹ ਕ੍ਰੈਸ਼ ਕਿੱਦਾਂ ਹੋਇਆ, ਇਹਦੇ ਬਾਰੇ ਵੀ ਹੁਣ ਖੋਜਬੀਨ ਚੱਲ ਰਹੀ ਹੈ ਅੱਗੇ ਕਿ
1:11 ਤੇ ਉੱਥੇ ਲੋਕਲ ਟਾਈਮ ਦੇ ਹਿਸਾਬ ਨਾਲ ਫਲਾਈਟ ਉੜਦੀ ਆ ਤੇ 3:05 ਤੇ ਇਹਨੇ ਉੱਥੇ ਪਹੁੰਚਣਾ ਸੀ ਤੇ 2:15 ਤੇ ਇਹਦਾ ਕੰਟਰੋਲ ਉਹਦੇ ਨਾਲ ਟੁੱਟ ਜਾਂਦਾ ਆ। ਤੇ ਫਿਰ ਇਹਦੇ ਵਿੱਚ ਕੀ ਵਾਪਰਿਆ, ਕੀ ਹੋਇਆ, ਕਿਹੜੇ ਕਾਰਨ ਸੀਗੇ, ਤੇ ਇਹ ਵੀ ਸਵਾਲ ਜਿਹੜੇ ਕਈ ਹੋ ਰਹੇ ਕਿ ਇਸ ਕਿਸਮ ਦੇ ਜਹਾਜ਼ ਸੇਫ ਹੈਗੇ ਆ, ਕਿਤੇ ਇਹਨਾਂ ਦੇ ਵਿੱਚ ਹੀ ਕੋਈ ਨੁਕਸ ਤਾਂ ਨਹੀਂ, ਉਹਦੇ ਬਾਰੇ ਵੀ ਵਿਚਾਰਾਂ ਹੋ ਰਹੀਆਂ। ਆਪਾਂ ਅਮਰੀਕਾ ਦੇ ਸਿਕਿਉਰਿਟੀ ਸਿਸਟਮ ਦੀ ਗੱਲਬਾਤ ਕੀਤੀ ਸੀ ਕਿ ਸਾਈਬਰ ਅਟੈਕ ਹੋ ਸਕਦੇ ਆ। ਇਸੇ ਤਰ੍ਹਾਂ ਹੀ ਹਰ ਇੱਕ ਦੇਸ਼ ਦੇ ਵਿੱਚ ਆਪਣਾ ਆਪਣਾ ਇੱਕ ਸਿਸਟਮ ਆ ਜਿਹਦੇ ਤਹਿਤ ਸਾਰਾ ਲੋਕਾਂ ਦਾ ਡਾਟਾ ਰੱਖਿਆ ਜਾਂਦਾ ਤੇ ਲੋਕਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਸਾਂਭ ਕੇ ਰੱਖਿਆ ਜਾਂਦਾ, ਸੁਰੱਖਿਅਤ ਰੱਖਿਆ ਜਾਂਦਾ ਤਾਂ ਕਿ ਦੂਜਿਆਂ ਤੱਕ ਨਾ ਪਹੁੰਚ ਸਕੇ। ਅਲਬਰਟਾ ਦੇ ਵਿੱਚੋਂ ਇੱਕ ਖਬਰ ਆਈ ਆ ਕਿ ਐਡਮਿੰਟਨ ਸਾਊਥ ਦੇ MLA ਨੇ ਥਾਮਸ ਡੈਂਗ, ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਉਹਨਾਂ ਨੇ ਅਲਬਰਟਾ ਦੇ ਪ੍ਰੀਮੀਅਰ ਦੀ ਬਰਥ ਡੇਟ ਪ੍ਰੋਵਿੰਸ ਦੇ ਕੋਵਿਡ-19 ਵੈਕਸੀਨੇਸ਼ਨ ਵੈਬਸਾਈਟ ਤੇ ਵਿੱਚ ਨੂੰ ਸਤੰਬਰ ਦੇ ਵਿੱਚ ਦੇਖਣ ਦੇ ਲਈ ਯੂਜ਼ ਕੀਤੀ ਸੀ। ਤੇ ਇਹਦਾ ਮਤਲਬ ਉਹਨੇ ਇਹ ਦੱਸਿਆ ਕਿ ਸਰਕਾਰ ਅਲਬਰਟਾ ਦੀ ਇਸ ਗੱਲ ਦੇ ਵਿੱਚ ਨਾਕਾਮ ਰਹੀ ਆ ਕਿ ਉਹ ਲੋਕਾਂ ਦਾ ਡਾਟਾ ਪ੍ਰੋਟੈਕਟ ਕਰ ਸਕਣ। ਕਿ ਜੇ ਮੈਂ ਕਿਸੇ ਦਾ ਡਾਟਾ ਲੱਭਣਾ ਆ ਉਸ ਵੈਬਸਾਈਟ ਤੋਂ ਤੇ ਮੈਨੂੰ ਉਹਦੀ ਡੇਟ ਆਫ ਬਰਥ ਕਿਸੇ ਵਿਅਕਤੀ ਦੀ ਪਤਾ ਆ ਤੇ ਉਹਦਾ ਵੈਕਸੀਨੇਸ਼ਨ ਦਾ ਸਟੇਟਸ ਪਤਾ ਹੈ ਤੇ ਮੈਂ ਉੱਥੋਂ ਪਤਾ ਕਰ ਸਕਦਾ ਜਾ ਕੇ ਕਿਸੇ ਦਾ ਵੀ। ਤੇ ਇਸ MLA ਨੇ ਉੱਥੋਂ ਦੇ ਪ੍ਰੀਮੀਅਰ ਜੇਸਨ ਕੈਨੀ ਦਾ ਡਾਟਾ ਜਿਹੜਾ ਉਸ ਵੈਬਸਾਈਟ ਤੋਂ ਦੇਖ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸਰਕਾਰ ਨੂੰ ਕਿ ਤੁਸੀਂ ਇਹਨੂੰ ਡਾਟੇ ਨੂੰ, ਲੋਕਾਂ ਦੇ ਡਾਟੇ ਨੂੰ ਬਚਾਉਣ ਦੇ ਵਿੱਚ ਅਸਮਰੱਥ ਰਹੇ ਆ। ਜਿਹੜਾ ਅਸਲ 'ਚ ਕਿਸੇ ਦਾ ਵੀ ਵਿਅਕਤੀ ਦਾ ਡਾਟਾ ਆ, ਡਾਟਾ ਮੀਨਸ ਕਿ ਉਹਦਾ ਨਾਂ, ਉਹਦਾ ਡੇਟ ਆਫ ਬਰਥ, ਉਹਦੀ ਪਲੇਸ ਜਾਂ ਕੁਛ ਹੋਰ ਗੱਲਾਂ ਜਿਹੜੀਆਂ ਆ, ਇਹ ਯੂਜ਼ ਕਰਕੇ ਕਈ ਕੁਛ ਜਿਹੜਾ ਵਾਪਰ ਜਾਂਦਾ। ਤੁਹਾਡੇ ਨਾਂ ਦੇ ਉੱਤੇ ਫਰਾਡ ਹੋ ਸਕਦੇ ਆ, ਕੰਪਨੀਆਂ ਨੂੰ ਇਹ ਇਨਫੋਰਮੇਸ਼ਨ ਵੇਚੀ ਜਾ ਸਕਦੀ ਆ। ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਲੋਕਾਂ ਦਾ ਡਾਟਾ ਆ ਕਿ ਤੁਹਾਡਾ ਆਈਡੀਜ਼ ਜਿਹੜੀਆਂ ਨੇ ਉਹ ਸਭ ਤੋਂ ਮਹੱਤਵਪੂਰਨ ਨੇ। ਉਹਨੂੰ ਕੰਪਨੀਆਂ ਅੱਗੇ ਕਈ ਕੰਮਾਂ ਦੇ ਲਈ ਯੂਜ਼ ਵੀ ਕਰਦੀਆਂ ਤੇ ਬਹੁਤ ਸਾਰੇ ਫਰਾਡ ਵੀ ਇਹਦੇ ਉੱਤੇ ਹੋ ਸਕਦੇ ਆ। ਸੋ ਜੇ ਕਿਸੇ ਵੈਬਸਾਈਟ ਦੇ ਉੱਤੇ ਉਹ ਕਿਸੇ ਵਿਅਕਤੀ ਦਾ ਨਿੱਜੀ ਡਾਟਾ ਪਿਆ ਆ, ਉਹਦੀ ਡਿਟੇਲ ਪਈ ਆ ਤੇ ਕੋਈ ਵੀ ਜਾ ਕੇ ਜੇ ਦੇਖ ਸਕਦਾ ਤੇ ਇਹਦੇ ਵਿੱਚ ਸਰਕਾਰ ਦਾ ਫੇਲੂਅਰ ਆ। ਸਰਕਾਰ ਨੂੰ ਉਹ ਵੈਬਸਾਈਟ ਨੂੰ ਇੱਦਾਂ ਬਣਾਉਣਾ ਚਾਹੀਦਾ ਕਿ ਹਰ ਇੱਕ ਕੋਈ ਉਹਦੇ ਉੱਤੋਂ ਕਿਸੇ ਦਾ ਵੀ ਨਾ ਦੇਖ ਸਕੇ। ਇਸ ਗੱਲਬਾਤ ਨੂੰ ਲੈ ਕੇ ਹੁਣ ਫਿਰ ਜਿਹੜਾ ਇੱਕ ਵਾਈਟ ਪੇਪਰ ਪਬਲਿਸ਼ ਹੋਇਆ ਅੱਜ, ਯਾਨੀ ਕਿ ਮੰਗਲਵਾਰ ਨੂੰ, ਜਿਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਹਾਊ ਆਈ ਡਿਡ ਇਟ, ਐਨ ਇਨਵੈਸਟੀਗੇਸ਼ਨ ਇਨਟੂ ਦ ਸਿਕਿਉਰਿਟੀ ਆਫ ਗਵਰਨਮੈਂਟ ਆਫ ਅਲਬਰਟਾਜ਼ ਵੈਕਸੀਨੇਸ਼ਨ ਰੈਕਡ ਵੈਬਸਾਈਟ। ਇਹ ਉਸ ਪੇਪਰ ਦਾ ਨਾਂ ਆ ਤੇ ਡੈਂਗ ਇਹ ਦੱਸ ਰਿਹਾ ਆ, ਉਹ MLA, ਕਿ ਜੇਸਨ ਕੈਨੀ ਦੀ ਬਰਥ ਡੇਟ ਪਤਾ ਸੀ ਕਿਉਂਕਿ ਇਹ ਪ੍ਰੀਮੀਅਰ ਦਾ ਵੈਕਸੀਨੇਸ਼ਨ ਸਟੇਟਸ ਵੀ ਪਤਾ ਸੀ ਕਿ ਦੋਵੇਂ ਪਬਲਿਕ ਨੇ ਤੇ ਇਹ ਸਰਕਾਰ ਈਜ਼ੀਲੀ ਵੈਰੀਫਾਈ ਕਰ ਸਕਦੀ ਆ। ਇਹ ਵੈਬਸਾਈਟ ਅਲਾਉ ਕਰਦੀ ਆ ਅਲਬਰਟਾ ਵਾਸੀਆਂ ਨੂੰ ਕਿ ਉਹਦੇ ਉੱਤੋਂ ਆਪਣਾ ਪ੍ਰੂਫ ਆਫ ਵੈਕਸੀਨੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਆ, ਪਹਿਲਾਂ PDF ਫਾਰਮ ਤੇ ਬਾਅਦ ਦੇ ਵਿੱਚ ਉਹਦਾ ਜਿਹੜਾ QR ਕੋਡ ਵੀ ਹੈ। ਤੇ ਉਹ ਕਹਿੰਦਾ ਮੈਂ ਬੜੇ ਆਰਾਮ ਦੇ ਨਾਲ ਇਹ ਚੀਜ਼ ਜੇ ਕਰ ਸਕਦਾ ਤੇ ਲੋਕ ਪ੍ਰੀਮੀਅਰ ਦਾ ਡਾਟਾ ਜਿਹੜਾ ਮੈਂ ਦੇਖ ਸਕਦਾ ਉਹਦੇ ਵੈਕਸੀਨੇਸ਼ਨ ਤੇ ਬਰਥ ਡੇਟ ਤੋਂ, ਵੈਕਸੀਨੇਸ਼ਨ ਸਟੇਟਸ ਤੋਂ, ਤਾਂ ਫਿਰ ਕਿਸੇ ਦਾ ਵੀ ਡਾਟਾ ਦੇਖਿਆ ਜਾ ਸਕਦਾ। ਇਸ ਮਾਮਲੇ ਦੇ ਵਿੱਚ ਜਿਹੜੀ RCMP ਨੇ ਕੁਛ ਇਨਵੈਸਟੀਗੇਸ਼ਨ ਵੀ ਸ਼ੁਰੂ ਕੀਤੀ ਸੀ। ਸੋ ਇਹ ਸਿਕਿਉਰਿਟੀ ਫਲਾ ਨੂੰ ਪ੍ਰੂਵ ਕੀਤਾ ਉੱਥੋਂ ਦੇ MLA ਨੇ। ਪਹਿਲਾਂ NDP ਦੇ ਵਿੱਚ ਸੀਗਾ ਤੇ ਬਾਅਦ ਦੇ ਵਿੱਚ ਇਹਨੇ ਉਸ ਪਾਰਟੀ ਨੂੰ ਛੱਡ ਦਿੱਤਾ ਸੀਗਾ, ਹੁਣ ਛੱਡ ਦਿੱਤਾ ਸੀ। ਇੰਡੀਪੈਂਡੈਂਟ ਇਹ MLA ਹੈਗੇ ਆ ਤੇ ਇਹ ਦੱਸਦੇ, ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਹਨੂੰ ਜਿਹੜੀ ਆ ਸਰਕਾਰ ਦੇ ਅਨੁਸਾਰ ਉਹਨਾਂ ਨੇ ਇਹਨੂੰ ਅਪਡੇਟ ਕਰ ਦਿੱਤਾ ਸੀ ਤੇ ਫਿਕਸ ਕਰ ਦਿੱਤੇ ਸੀ ਇਹ ਜਿੰਨੇ ਫਲਾ ਹੈਗੇ ਕਿ ਇਹਨੂੰ ਕੋਈ ਐਕਸਪਲੋਇਟ ਨਾ ਕਰ ਸਕੇ। ਸੋ ਹੁਣ ਇਹ ਜਿਹੜੇ ਇੰਡੀਪੈਂਡੈਂਟ MLA ਆ ਉਹਨਾਂ ਨੇ ਕਿਹਾ ਕਿ ਇਹ ਬਹੁਤ ਸਧਾਰਨ ਜੀ ਗੱਲ ਆ ਜਿਹੜੀ ਸਰਕਾਰ ਕਹਿ ਰਹੀ ਆ, ਜਿਸ ਕਿਸਮ ਦਾ ਇਹਦੇ ਉੱਤੇ ਚੈੱਕ ਲਾਉਣਾ ਚਾਹੀਦਾ, ਜਿਸ ਕਿਸਮ ਦਾ ਇਹਨੂੰ ਠੀਕ ਠਾਕ ਕਰਨਾ ਚਾਹੀਦਾ, ਉਹ ਸਰਕਾਰ ਨਹੀਂ ਕਰ ਰਹੀ। ਇੱਕ ਖਬਰ ਤੁਹਾਡੇ ਨਾਲ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਂਝੀ ਕੀਤੀ ਸੀ ਕਿ ਬੈਲਵਿਲ ਸ਼ਹਿਰ ਅੰਟੈਰੀਓ ਦੇ ਵਿੱਚ ਉੱਥੇ ਇੱਕ ਹਾਦਸਾ ਵਾਪਰਿਆ ਸੀ ਤੇ 5 ਜਣਿਆਂ ਦੀ ਮੌਤ ਹੋ ਗਈ ਸੀ ਤੇ ਉਹ 5 ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਸੀਗੇ। ਅੰਤਰਰਾਸ਼ਟਰੀ ਵਿਦਿਆਰਥੀ ਵੱਖ-ਵੱਖ ਦੇਸ਼ਾਂ ਤੋਂ ਪੜ੍ਹਨ ਆਉਂਦੇ ਆ, ਭਾਰਤੀ ਵਿਦਿਆਰਥੀ, ਪੰਜਾਬ ਤੋਂ ਵਿਦਿਆਰਥੀ ਬਹੁਤ ਸਾਰੇ ਇੱਥੇ ਪੜ੍ਹਨ ਆਉਂਦੇ ਆ। ਹੁਣ ਉਹਦੀ ਜਾਂਚ ਕੀਤੀ ਜਾ ਰਹੀ ਹੈ ਵੀ ਇਹ ਮੌਤ ਕਿਉਂ ਹੋਈ। ਆਪਾਂ ਸਾਰੇ ਉਸ ਹਾਦਸੇ ਬਾਰੇ ਜਾਣਦੇ ਹਾਂ ਕਿ ਵੈਨ ਰਸਤੇ ਦੇ ਵਿੱਚ ਖੜੀ ਸੀ, ਉਹਦੇ ਵਿੱਚੋਂ ਇੱਕ ਜਣਾ ਉਤਰਦਾ ਆ ਤੇ ਪਿੱਛੋਂ ਇੱਕ ਜਿਹੜਾ ਟਰੱਕ ਤੇ ਟ੍ਰੇਲਰ ਆ ਉਹਦੇ ਵਿੱਚ ਆ ਕੇ ਵੱਜਦਾ ਆ। ਤੜਕੇ ਸ਼ਨੀਵਾਰ ਨੂੰ 3:45 ਵਜੇ ਹਾਈਵੇ 401 ਦੇ ਉੱਤੇ ਟਰੈਕਟਰ ਟ੍ਰੇਲਰ ਜਿਹੜਾ ਉਸ ਵੈਨ ਦੇ ਵਿੱਚ ਟਕਰਾ ਜਾਂਦਾ ਆ। ਇਹ ਘਟਨਾ ਸਾਨੂੰ ਸਾਰਿਆਂ ਨੂੰ ਪਤਾ। ਹੁਣ ਉਹ ਉੱਥੇ ਕੀ ਕਰ ਰਹੇ ਸੀ ਜਾਂ ਜਿਹੜਾ 5 ਜਣੇ ਮਾਰੇ ਗਏ ਉਹ ਕਿੱਥੇ ਜਾ ਰਹੇ ਸੀ, ਇਹਦੇ ਬਾਰੇ ਕਈ ਗੱਲਾਂ ਸਾਹਮਣੇ ਆ ਰਹੀਆਂ। ਇੱਕ ਗੱਲ ਇਹਦੇ ਬਾਰੇ ਇਹ ਪਤਾ ਲੱਗ ਰਹੀ ਆ ਕਿ ਅਸਲ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ, ਅੰਟੈਰੀਓ ਦੇ ਵਿੱਚ ਕੰਮ ਕਰਦੇ ਨੇ ਤੇ ਕੁਬੈਕ ਦੇ ਵਿੱਚ, ਮੌਂਟਰੀਅਲ ਦੇ ਵਿੱਚ ਉਹ ਪੜ੍ਹਦੇ ਨੇ। ਮੌਂਟਰੀਅਲ ਦੇ ਵਿੱਚ, ਕੁਬੈਕ ਦੇ ਵਿੱਚ ਦਾਖਲੇ ਲਈ ਕੁਝ ਦੱਸਦੇ ਆ ਕਿ ਕੁਝ ਥਾਵਾਂ ਦੇ ਉੱਤੇ ਛੋਟ ਆ। ਛੋਟ ਇਹ ਆ ਕਿ ਜੇਕਰ ਤੁਹਾਡੀ ਮਤਲਬ ਜਿਹੜੇ
ਸਟੂਡੈਂਟ ਨੂੰ ਕੋਈ ਪੰਜਾਬ ਤੋਂ ਇੱਥੇ ਆਉਣਾ ਚਾਹੁੰਦਾ ਕੈਨੇਡਾ ਦੇ ਵਿੱਚ ਪੜ੍ਹਨ, ਜੇ ਉਹਨੂੰ ontario ਦੇ ਵਿੱਚ ਦਾਖਲਾ ਨਹੀਂ ਮਿਲਦਾ ਕੁਝ ਕਾਰਨ ਕਰਕੇ ਕਿ ਉਹਦੇ ਨੰਬਰ ਘੱਟ ਹੋ ਸਕਦੇ ਆ, ਉਹਦੀ ਕੋਈ ਕੁਆਲੀਫਿਕੇਸ਼ਨ ਜਾਂ ਉਹਦੀ ਅੰਗਰੇਜ਼ੀ ਥੋੜ੍ਹੀ ਹੋ ਸਕਦੀ ਆ, ਉਹਨੂੰ ਮੌਂਟਰੀਅਲ ਦੇ ਵਿੱਚ ਜਿਹੜਾ ਕਿ ਉੱਥੇ ਕੁਬੈਕ ਦੇ ਵਿੱਚ ਦਾਖਲਾ ਮਿਲ ਸਕਦਾ, ਉੱਥੇ ਦਾਖਲਾ ਮਿਲ ਜਾਂਦਾ ਆ। ਹੁਣ ਦਾਖਲਾ ਉਹਨੂੰ ਮੌਂਟਰੀਅਲ ਦੇ ਵਿੱਚ ਮਿਲ ਜਾਂਦਾ। ਇਹ ਜਿਹੜੇ ਇਹ ਸਟੂਡੈਂਟ ਵੀ ਸੀਗੇ, ਇਹ ਇੱਥੇ ਦੇ GTA ਤੇ ਮੌਂਟਰੀਅਲ ਦੇ ਸੀਗੇ, ਸਾਰੇ ਗ੍ਰੇਟਰ ਟੋਰਾਂਟੋ ਏਰੀਆ ਦੇ, ਤੇ ਇੱਥੇ ਦੇ ਬਹੁਤੇ ਸਟੂਡੈਂਟ ਸੀਗੇ। ਹੁਣ ਇਸ ਮਾਮਲੇ ਦੇ ਵਿੱਚ ਹੁੰਦਾ ਕੀ ਆ ਕਿ ਕੰਮ ਇਹ ਲੋਕ ਬਰੈਂਪਟਨ ਦੇ ਵਿੱਚ ਕਰਦੇ ਆ, ਕਿਉਂਕਿ ਬਰੈਂਪਟਨ ਦੇ ਵਿੱਚ ਕੰਮ ਜ਼ਿਆਦਾ ਆ, ਮਿਨੀਮਮ ਵੇਜਸ ਵੀ ontario ਦੇ ਵਿੱਚ ਜ਼ਿਆਦਾ ਆ, ਕੰਮ ਬਰੈਂਪਟਨ ਦੇ ਵਿੱਚ ਕਰਦੇ ਆ ਤੇ ਪੜ੍ਹਾਈ ਉੱਧਰ ਕਰਦੇ ਆ। ਤੇ ਇਹ 600 ਕਿਲੋਮੀਟਰ ਦੇ ਕਰੀਬ ਆਪਸ ਦੋਵਾਂ ਸ਼ਹਿਰਾਂ ਦਾ ਫਾਸਲਾ ਆ, ਬਰੈਂਪਟਨ ਦਾ ਤੇ ਉਹਦਾ ਜਿਹੜਾ ਮੌਂਟਰੀਅਲ ਦਾ। ਹੁਣ ਇਹਨਾਂ ਦੋਵਾਂ ਦੇ ਵਿੱਚ ਇਹ ਫਿਰ ਜਿਹੜੇ ਕਾਲਜ ਆ ਪੜ੍ਹਾਈ ਸ਼ਨੀਵਾਰ ਐਤਵਾਰ ਕਰਦੇ ਆ, 2 ਦਿਨ ਪੜ੍ਹਾਈ ਕਰਦੇ ਆ ਤੇ 5 ਦਿਨ ਕੰਮ ਕਰਦੇ ਆ। ਕਈ ਕਾਲਜਾਂ ਦੇ ਵਿੱਚ ਇਦਾਂ ਦੀ ਸਹੂਲਤ ਹੈਗੀ ਆ ਵੀ ਜਿੰਨਾ ਚਿਰ ਉਹਨਾਂ ਨੇ ਕੰਮ ਕਰਨਾ ਉਹ 5 ਦਿਨ ਕਰਦੇ ਆ, ਜਾਂ ਕਿੰਨਾ ਚਿਰ ਕਰਦੇ ਆ, ਜਿੰਨੇ ਘੰਟੇ ਉਹਨਾਂ ਨੂੰ ਅਲਾਉਡ ਆ। ਮਤਲਬ ਕਹਿਣ ਦਾ ਕਿ ਉਹ ਕੁਛ ਜਿਹੜੀਆਂ ਗੱਲਾਂ ਦੱਸ ਰਿਹਾ ਕਿ ਇਹ ਕੰਮ ਬਹੁਤੇ ਉੱਥੇ GTA ਦੇ ਵਿੱਚ ਕਰਦੇ ਆ। ਔਰ ਇੰਨੀ ਹਾਰਡ ਕੰਮ ਕਿ ਤੁਹਾਨੂੰ 600 ਕਿਲੋਮੀਟਰ ਪਹਿਲਾਂ ਉੱਧਰ ਨੂੰ ਜਾਣਾ ਪੈਂਦਾ ਹਰ ਹਫ਼ਤੇ, ਉੱਥੇ ਜਾ ਕੇ ਤੁਸੀਂ ਕਾਲਜ ਲਾਉਣੇ ਹੋ, ਉਹ ਤੋਂ ਬਾਅਦ 600 ਕਿਲੋਮੀਟਰ ਫਿਰ ਇੱਧਰ ਨੂੰ ਆਉਣਾ ਪੈਂਦਾ। ਤੇ ਫਿਰ ਉਹ ਹੁਣ ਕੁਦਰਤੀ ਆ ਵੀ ਸਨੋ ਆ, ਟਰੱਕ ਉਸ ਰਸਤੇ ਦੇ ਉੱਤੇ ਹੁੰਦੇ ਆ ਬਹੁਤ ਜ਼ਿਆਦਾ, ਤੇ ਰਿਸਕ ਰੋਡ ਦੇ ਉੱਤੇ ਰਹਿੰਦਾ ਹੀ ਆ। ਇਹ ਇਹਨਾਂ ਵਿਦਿਆਰਥੀਆਂ ਦੀ ਸਟਰਗਲ ਵੀ ਦੱਸਦੀ ਆ ਕਿ ਉਹ ਇਹ ਲਗਭਗ ਇਦਾਂ ਦੀ ਕਹਾਣੀ ਸ਼ਾਇਦ ਇਹ ਹੋਵੇ, ਹਾਲਾਂਕਿ ਕਨਫਰਮੇਸ਼ਨ ਨਹੀਂ ਹੈ ਕਿ ਕੰਮ ਕਿੱਥੇ ਕਰਦੇ ਸੀ ਜਾਂ ਪੜ੍ਹਦੇ ਕਿੱਥੇ ਸੀਗੇ, ਪਰ ਜੇ ਉਹ ਹੁਣ ਹੋਰ ਕਿਸੇ ਟਰਾਂਸਪੋਰਟੇਸ਼ਨ ਦੇ ਤਰੀਕੇ ਰਾਹੀਂ ਜਾਂਦੇ ਆ ਇੱਥੋਂ GTA ਤੋਂ ਮੌਂਟਰੀਅਲ ਨੂੰ, ਤਾਂ ਉਹ ਵੈਸੇ ਬਹੁਤ ਟਾਈਮ ਲੱਗੂਗਾ, ਜਾਂ ਉਹ ਮਹਿੰਗਾ ਆ। ਤੇ ਸੌਖਾ ਤਰੀਕਾ ਇਹ ਆ ਕਿ ਰਾਈਡ ਸ਼ੇਅਰ ਕਰ ਲੈਂਦੇ ਹੋਣਗੇ ਕਿ ਆਪਸ ਦੇ ਵਿੱਚ, ਜਾਂ ਕੁਝ ਵੈਨਾਂ ਜਿਹੜੀਆਂ ਆ ਉਹ ਇਹਨਾਂ ਨੂੰ ਲੈ ਜਾਂਦੀਆਂ ਉੱਧਰ ਛੱਡ ਦਿੰਦੀਆਂ, ਉੱਧਰ ਛੱਡ ਦਿੰਦੀਆਂ, ਤੇ ਉਹਦੇ ਵਿੱਚ ਵੀ ਇੱਕ ਕਮਾਈ ਆ। ਤੇ ਪਰ ਉਸ ਜਿਹੜਾ ਇੱਕ ਸਫ਼ਰ ਆ ਇਹ 600 ਕਿਲੋਮੀਟਰ ਦੇ ਕਰੀਬ ਇੱਕ ਥਾਂ ਤੋਂ ਦੂਜੇ ਸ਼ਹਿਰ ਦੇ ਵਿੱਚ ਕਿ ਪੜ੍ਹਾਈ ਤੁਸੀਂ ਕਿਤੇ ਕਰਨੀ ਆ, ਕੰਮ ਤੁਹਾਨੂੰ ਕਿਤੇ ਮਿਲ ਰਿਹਾ ਆ, ਇਹ ਸ਼ਾਇਦ ਇਸ ਹਾਦਸੇ ਦਾ ਕਾਰਨ ਹੋ ਸਕਦੀ ਆ। ਹਾਦਸੇ ਦਾ ਕਾਰਨ ਨਹੀਂ ਕਹਿ ਸਕਦੇ ਕਿ ਇਹ ਵਿਦਿਆਰਥੀ ਸ਼ਾਇਦ ਇੱਦਾਂ ਕਰਦੇ ਸੀਗੇ, ਪਰ ਬਹੁਤ ਸਾਰੇ ਉੱਥੋਂ ਦੇ ਵਿਦਿਆਰਥੀ ਨੇ ਜਿਹੜੇ ਇਸ ਤਰੀਕੇ ਨਾਲ ਰਹਿ ਰਹੇ ਆ ਕਿ ਉਹਨਾਂ ਨੂੰ ਕੰਮ ਕਰਨ ਦੇ ਲਈ 600 ਕਿਲੋਮੀਟਰ ਦੂਰ ਜਾਣਾ ਪੈਂਦਾ, ਤੇ ਉੱਥੇ ਕੁਛ ਦਿਨ ਕੰਮ ਕਰਨ ਤੋਂ ਬਾਅਦ ਪੜ੍ਹਾਈ ਕਰਨ ਦੇ ਲਈ ਵਾਪਸ ਫਿਰ ਇਹ ਉੱਥੇ ਆਉਣਾ ਪੈਂਦਾ। ਇੱਕ ਬੜੀ ਹਾਰਡ ਲਾਈਫ ਇਹਨਾਂ ਸਟੂਡੈਂਟਸ ਦੀ। ਹਾਲਾਂਕਿ ਇਹ ਜਿਹੜੇ ਇਸ ਹਾਦਸੇ ਦੇ ਵਿੱਚ ਜਿਨ੍ਹਾਂ ਦੀ ਜਾਨ ਚਲੇ ਗਈ ਸੀ, ਹਰਪ੍ਰੀਤ ਸਿੰਘ ਉਹਦੀ ਉਮਰ 24 ਸਾਲ ਸੀ, ਜਸਪਿੰਦਰ ਸਿੰਘ ਦੀ ਉਮਰ 21 ਸਾਲ ਸੀ, ਕਰਨਪਾਲ ਸਿੰਘ ਦੀ ਉਮਰ 22 ਸਾਲ ਸੀ, ਮੋਹਿਤ ਚੌਹਾਨ ਦੀ ਉਮਰ 23 ਸਾਲ ਸੀ, ਤੇ ਪਵਨ ਕੁਮਾਰ ਦੀ ਉਮਰ ਵੀ 23 ਸਾਲ ਸੀ। ਇਹ ਦਰਦਨਾਕ ਹਾਦਸਾ। ਹੁਣ ਇਹਦੇ ਬਾਰੇ ਗੱਲਾਂ ਬਾਤਾਂ ਹੋ ਰਹੀਆਂ ਕਿ ਕਿਉਂ ਇਹ ਹਾਦਸਾ ਵਾਪਰਿਆ, ਕਿਉਂ ਉਹ ਇਸ ਤਰ੍ਹਾਂ ਇਕੱਠੇ ਵਿਦਿਆਰਥੀ ਇੱਕ ਵੈਨ ਦੇ ਵਿੱਚ ਜਿਹੜੇ ਆ ਉਹਨਾਂ ਦੀ ਮੌਤ ਹੋ ਜਾਂਦੀ ਆ ਇੱਕ ਹਾਦਸੇ ਦੇ ਵਿੱਚ। ਉਹਦੇ ਬਾਰੇ ਹੁਣ ਹੋਰ ਗੱਲਾਂ ਬਾਤਾਂ ਸਾਹਮਣੇ ਆ ਰਹੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।